ਸਲੋਕ ਮਹਲਾ ਪਹਿਲਾ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਬੀਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂੰ ਰੁੱਤ ਹੋਏ। ਨਾਨਕ ਪਾਹੈ ਬਾਹਰਾ, ਕੋਰੈ ਰੰਗ ਨ ਸੋਏ। ਭੈ ਵਿੱਚ ਖੁੰਭ ਚੜ੍ਹਾਈਐ, ਸ਼ਰਮ ਪਾ ਤਨ ਹੋਏ। ਨਾਨਕ ਭਗਤੀ ਜੇ ਰਪੈ, ਕੂੜੈ ਸੋਏ ਨਾ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਵਾਰ ਜੋ ਰਾਗ ਆਸਾ ਦੇ ਵਿੱਚ ਹੈ, ਜਿਸ ਦੀ ਆਪਾਂ ਲੜੀਵਾਰ ਵਿਚਾਰ ਸਾਂਝੀ ਕਰਦੇ ਆ ਰਹੇ ਹਾਂ। ਤੇ ਇਸ ਲੜੀ ਦੇ ਤਹਿਤ ਅੱਜ ਆਪਾਂ ਜਿਸ ਸ਼ਲੋਕ ਦਾ ਪਾਠ ਸਰਵਣ ਕੀਤਾ, ਇਹ ਸ਼ਲੋਕ 11 ਨੰਬਰ ਪੌੜੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 469 ਦੇ ਉੱਪਰ ਸੁਭਾਇਮਾਨ ਹੈ। ਗੁਰਦੇਵ ਪਿਤਾ ਮਹਾਰਾਜ ਜੀ ਨੇ ਬਹੁਤ ਪਿਆਰਾ ਉਪਦੇਸ਼ ਸਾਨੂੰ ਇਸ ਸ਼ਲੋਕ ਵਿੱਚ ਬਖਸ਼ਿਸ਼ ਕੀਤਾ ਹੈ। ਦੋ ਉਦਾਹਰਨਾਂ ਸਤਿਗੁਰੂ ਜੀ ਨੇ ਸਾਨੂੰ ਬਹੁਤ ਪਿਆਰੇ ਤਰੀਕੇ ਨਾਲ ਦੁਨਿਆਵੀ ਦੇ ਕੇ ਸਮਝਾਉਣ ਦਾ ਯਤਨ ਕੀਤਾ ਹੈ। ਇੱਕ ਕਿਰਸਾਨੀ ਕਿੱਤੇ ਨਾਲ ਸੰਬੰਧ ਰੱਖਣ ਵਾਲੀ ਹੈ ਕਿ ਜਦੋਂ ਬੀਜ ਬੀਜਿਆ ਜਾਂਦਾ ਹੈ, ਉਹਦੇ ਵਾਸਤੇ ਬਕਾਇਦਾ ਰੁੱਤ ਹੁੰਦੀ ਹੈ, ਕਿਹੜੇ ਸਮੇਂ ਬੀਜੀ ਜਾਣੀ ਹੈ, ਜ਼ਮੀਨ ਕਿੱਦਾਂ ਦੀ ਤਿਆਰ ਕਰਨੀ ਹੈ, ਬੀਜ ਦਾ ਰੂਪ ਕਿੱਦਾਂ ਦਾ ਹੋਣਾ ਚਾਹੀਦਾ ਹੈ। ਦੂਜੀ ਉਦਾਹਰਨ ਗੁਰਦੇਵ ਜੀ ਨੇ ਕੱਪੜਾ ਰੰਗਣ ਦੀ ਦਿੱਤੀ ਹੈ ਵੀ ਕੱਪੜਾ ਰੰਗਣ ਵਕਤ ਕਿਹੜੀਆਂ ਗੱਲਾਂ ਦਾ ਧਿਆਨ ਸਾਨੂੰ ਆਪਣੇ ਜੀਵਨ ਦੇ ਵਿੱਚ ਰੱਖਣਾ ਚਾਹੀਦਾ ਹੈ। ਇੰਝ ਕਹਿ ਲਈਏ ਵੀ ਇੱਕ ਉਦਾਹਰਨ ਕਿਰਸਾਨੀ ਕਿੱਤੇ ਨਾਲ ਸੰਬੰਧ ਰੱਖਦੀ ਹੈ, ਦੂਜੀ ਉਦਾਹਰਨ ਇੱਕ ਲਲਾਰੀ ਨਾਲ ਸੰਬੰਧ ਰੱਖਦੀ ਹੈ ਜਿਹੜਾ ਕੱਪੜੇ ਨੂੰ ਰੰਗ ਕਰਦਾ ਹੈ। ਤੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਸ਼ਲੋਕ ਵਿੱਚ ਵਿਚਾਰ ਬਖਸ਼ਿਸ਼ ਕੀਤੀ ਹੈ, ਆਓ ਆਪਾਂ ਬੜੇ ਪਿਆਰ ਨਾਲ ਇਹਨਾਂ ਦੋਨਾਂ ਦੁਨਿਆਵੀ ਉਦਾਹਰਨਾਂ ਨੂੰ ਨਾਲ ਲੈਂਦਿਆਂ ਹੋਇਆਂ ਜੋ ਗੁਰਮਤਿ ਦਾ ਪੱਖ ਸਤਿਗੁਰੂ ਜੀ ਨੇ ਸਾਡੇ ਸਾਹਮਣੇ ਰੱਖਿਆ, ਉਹਨੂੰ ਵਿਚਾਰਨ ਦਾ ਆਪਾਂ ਯਤਨ ਕਰੀਏ। ਹਜ਼ੂਰ ਫਰਮਾਉਂਦੇ ਨੇ, ਨਾਨਕ ਹੇ ਨਾਨਕ ਭਗਤੀ ਜੇ ਰਪੈ, ਜੇ ਮਨੁੱਖ ਦਾ ਮਨ ਭਗਤੀ ਵਿੱਚ ਰੰਗਿਆ ਜਾਏ ਤਾਂ ਹਜ਼ੂਰ ਫਰਮਾਉਂਦੇ ਨੇ, ਕੂੜਾ ਸੋਏ, ਸੋਏ ਦਾ ਅਰਥ ਹੈ ਖਬਰ ਭਿਣਕ, ਕੂੜਾ ਸੋਏ ਨਾ ਕੋਏ। ਕਹਿੰਦੇ ਫਿਰ ਜਦੋਂ ਮਨੁੱਖ ਦਾ ਮਨ ਸੱਚ ਨਾਲ ਰੰਗਿਆ ਜਾਂਦਾ ਹੈ, ਕੂੜ ਦੀ ਖਬਰ, ਬੁਰਾਈ ਦੀ ਖਬਰ ਇਹਦੇ ਮਨ ਤੱਕ ਪਹੁੰਚਦੀ ਨਹੀਂ। ਕਿਉਂਕਿ ਰੰਗ ਦਾ ਸੰਬੰਧ ਆਪਾਂ ਜੇ ਵੇਖਦੇ ਹਾਂ ਦੁਨਿਆਵੀ ਤੌਰ 'ਤੇ ਵੀ, ਜਦੋਂ ਲਲਾਰੀ ਕੱਪੜੇ ਨੂੰ ਰੰਗ ਕਰਦਾ ਹੈ ਬਹੁਤ ਗਰੰਟੀਆਂ ਦਿੰਦਾ ਹੈ। ਇੱਥੋਂ ਤੱਕ ਉਹ ਕਹਿੰਦਾ ਵੇਖੋ ਪੱਕਾ ਰੰਗ ਹੈ, ਲੱਥੇਗਾ ਨਹੀਂ। ਪਰ ਕਈ ਵਾਰੀ ਤੁਸੀਂ ਵੇਖਿਆ ਹੋਵੇਗਾ ਜਿੰਨਾ ਮਰਜ਼ੀ ਪੱਕਾ ਰੰਗ ਹੋਵੇ, ਪਰ ਜਦੋਂ ਆਪਾਂ ਗਰਮ ਪਾਣੀ ਦੇ ਵਿੱਚ ਉਬਲਦੇ ਪਾਣੀ 'ਚ ਪਾ ਦਈਏ ਤਾਂ ਕਿਤੇ ਨਾ ਕਿਤੇ ਉਹ ਰੰਗ ਲੈਣਾ ਸ਼ੁਰੂ ਹੋ ਜਾਂਦਾ ਹੈ। ਪਰ ਜਿਹੜਾ ਰੰਗ ਸਤਿਗੁਰੂ ਮਨੁੱਖੀ ਮਨ ਨੂੰ ਆਪਣੇ ਹੱਥੀਂ ਚੜ੍ਹਾਉਂਦਾ ਹੈ, ਆਪਣੀ ਦੇਖ ਰੇਖ ਵਿੱਚ ਚੜ੍ਹਾਉਂਦਾ ਹੈ, ਰੰਗ ਇੱਦਾਂ ਦਾ ਪੱਕਾ ਹੈ ਵੀ ਇਹ ਫਿਰ ਰੰਗ ਲੈਂਦਾ ਨਹੀਂ। ਦੇਗਾਂ 'ਚ ਉਬਾਲੇ ਖਾਣ ਵਕਤ ਵੀ ਉਹ ਰੰਗ ਨਹੀਂ ਲੱਥਾ, ਖੋਪਰ ਲਵਾਉਣ ਵਕਤ ਵੀ ਉਹ ਰੰਗ ਨਹੀਂ ਲੱਥਾ, ਬੱਚਿਆਂ ਦੇ ਟੁਕੜੇ ਕਰਾ ਕੇ ਗਲਾਂ ਵਿੱਚ ਹਾਰ ਪਾਉਣ ਵਕਤ ਵੀ ਉਹ ਰੰਗ ਨਹੀਂ ਲੱਥਾ, ਜਿਹੜਾ ਰੰਗ ਭਗਤੀ ਦਾ ਇਸ ਮਨ ਦੇ ਉੱਤੇ ਚੜ੍ਹਿਆ ਹੋਇਆ ਸੀ। ਸਤਿਗੁਰੂ ਜੀ ਨੇ ਬਹੁਤ ਪਿਆਰੇ ਤਰੀਕੇ ਨਾਲ ਬਾਣੀ ਵਿੱਚ ਉਦਾਹਰਨਾਂ ਦੇ ਦੇ ਕੇ ਸਮਝਾਇਆ ਹੈ। ਸੱਜਣ ਮੈਂਡਾ ਰੰਗੁਲਾ, ਮੇਰਾ ਜਿਹੜਾ ਸੱਜਣ ਹੈ, ਮੇਰਾ ਜਿਹੜਾ ਸਤਿਗੁਰੂ ਹੈ, ਮੇਰਾ ਜਿਹੜਾ ਰੱਬ ਹੈ, ਉਹ ਬਹੁਤ ਰੰਗੀਲਾ ਹੈ। ਕਹਿਣ ਲੱਗੇ ਰੰਗ ਲਾਏ ਮਨ ਲੈ, ਮਨ ਨੂੰ ਲੈ ਕੇ ਰੰਗ ਚੜ੍ਹਦਾ ਹੈ। ਹੁਣ ਮਨ ਦੇਵਾਂਗੇ ਨਹੀਂ, ਰੰਗ ਕਿੱਦਾਂ ਚੜ੍ਹੇਗਾ? ਰੰਗ ਚੜ੍ਹਾਉਣ ਵਕਤ ਵੀ ਮਨ ਅਰਪਣ ਕਰਨਾ ਪੈਣਾ। ਜਿਵੇਂ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਵੀ ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ, ਐਸਾ ਰੰਗ ਨਾ ਡੀਠ।
हाँ ਜਦੋਂ ਰੰਗ ਚੜਾਉਣਾ ਹੈ ਤੇ ਇੱਕ ਗੱਲ ਦਾ ਧਿਆਨ ਰੱਖਣਾ ਪੈਣਾ ਵੀ ਆਪਣਾ ਮਨ ਦੇਣਾ ਪੈਣਾ, ਲਲਾਰੀ ਰੰਗੇ ਆਪ ਤੇ ਉਹਦੇ ਰੰਗਣ ਵਿੱਚ ਆਪਾਂ ਆਪਣੀ ਦਖਲਅੰਦਾਜ਼ੀ ਨਾ ਕਰੀਏ। ਤੁਸੀਂ ਵੇਖੋ ਜਿਹੜੇ ਲੋਕ ਆਪਣੇ ਘਰਾਂ 'ਚੋਂ ਕੱਪੜਾ ਰੰਗਾਉਣ ਵਾਸਤੇ ਲਲਾਰੀ ਕੋਲ ਜਾਂਦੇ ਨੇ, ਦਸਤਾਰਾਂ ਰੰਗਾਈਆਂ ਜਾਂਦੀਆਂ ਨੇ, ਸਾਡੀਆਂ ਭੈਣਾਂ ਆਪਣੇ ਦੁਪੱਟੇ ਰੰਗਾਉਂਦੀਆਂ ਨੇ, ਉਹ ਤਾਂ ਤੁਸੀਂ ਦੱਸ ਤੇ ਸਕਦੇ ਹੋ ਵੀ ਆਹ ਰੰਗ ਕਰੀ, ਪਰ ਦਖਲਅੰਦਾਜ਼ੀ ਨਹੀਂ। ਉਹ ਆਪਣੀ ਤਰੀਕੇ ਨਾਲ ਉਹਨੂੰ ਪਤਾ ਵੀ ਕਿੰਨਾ ਪਾਣੀ ਦਾ ਟੈਂਪਰੇਚਰ ਹੋਣਾ ਚਾਹੀਦਾ, ਕਿੱਦਾਂ ਮੈਂ ਰੰਗ ਪਾਉਣਾ ਹੈ, ਕਿੱਦਾਂ ਮੈਂ ਖੁੰਬ ਚਾੜਨੀ ਹੈ, ਕਿੱਦਾਂ ਮੈਂ ਪਾਹ ਲਾਉਣੀ ਹੈ, ਫਿਰ ਜਾ ਕੇ ਰੰਗ ਪੱਕਾ ਹੋਏਗਾ। ਉਦਾਹਰਨ ਗੁਰਦੇਵ ਨੇ ਦੁਨਿਆਵੀ ਦਿੱਤੀ ਹੈ, ਪਰ ਸੁਨੇਹਾ ਬੜਾ ਪਿਆਰਾ ਦਿੱਤਾ ਮਹਾਰਾਜ ਨੇ ਇੱਥੇ। ਨਾਨਕ ਭਗਤੀ ਜੇ ਰਪੇ, ਭਗਤੀ ਵੀ ਵੱਖਰੀ ਵੱਖਰੀ। ਅੱਜ ਹਰ ਬੰਦੇ ਦੀ ਭਗਤੀ ਦੀ ਡੈਫੀਨੇਸ਼ਨ ਵੀ ਆਪਣੀ ਆਪਣੀ ਹੈ। ਕੋਈ ਸਰੀਰ ਤੇ ਸੁਆਹ ਮਲ ਨੂੰ ਭਗਤੀ ਕਹਿ ਰਿਹਾ ਹੈ, ਕੋਈ ਪੁੱਠੇ ਲਮਕਣ ਨੂੰ ਭਗਤੀ ਕਹਿ ਰਿਹਾ ਹੈ, ਕੋਈ ਕਿਸੇ ਭੋਰੇ ਵਿੱਚ ਇੰਨੇ ਸਾਲ ਬੈਠਣ ਨੂੰ ਭਗਤੀ ਕਹਿ ਰਿਹਾ। ਤਾਂ ਹੀ ਤਾਂ ਅੱਜ ਭਗਤੀ ਘਰ ਬਣੇ ਨੇ, ਤਾਂ ਹੀ ਤਾਂ ਥਾਂ ਥਾਂ 'ਤੇ ਵੇਖੋ ਡੇਰੇਦਾਰਾਂ ਨੇ ਆਪਣੇ ਭੋਰੇ ਪੱਕੇ ਸਥਾਪਿਤ ਕਰਤੇ। ਬਾਬਾ ਜੀ ਇੰਨੇ ਸਾਲ ਇੱਥੇ ਤਪ ਕਰਦੇ ਰਹੇ, ਬੰਦਗੀ ਕਰਦੇ ਰਹੇ, ਭਗਤੀ ਕਰਦੇ ਰਹੇ। ਆਪਾਂ ਜਿਹੜੀ ਯਾਦ ਰੱਖਣਾ, ਜਿਹੜੀ ਡੇਰੇਦਾਰਾਂ ਦੀ ਭਗਤੀ ਹੈ ਗੁਰਬਾਣੀ ਨਾਲ ਮੇਲ ਨਹੀਂ ਖਾਂਦੀ। ਇਹ ਗੱਲ ਮੈਂ ਗੁਰੂ ਦੀ ਬਾਣੀ ਦੀ ਵਿਚਾਰ ਕਰਦਿਆਂ ਬਹੁਤ ਵਾਰੀ ਸੰਗਤਾਂ ਨਾਲ ਪਹਿਲਾਂ ਵੀ ਸਾਂਝੀ ਕਰ ਚੁੱਕੇ ਹਾਂ ਵੀ ਇੱਥੇ ਇੱਕ ਫਰਕ ਹੈ। ਗੁਰਬਾਣੀ ਜਿਹੜੀ ਭਗਤੀ ਦੱਸਦੀ, ਹੁਣ ਜਿਨ੍ਹਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹਨਾਂ 'ਚੋਂ ਕਿਹੜੇ ਭਗਤ ਨੇ ਇੱਦਾਂ ਇੱਕ ਥਾਂ 'ਤੇ ਬੈਠ ਕੇ ਭਗਤੀ ਕੀਤੀ? ਉਹਨਾਂ ਦੇ ਕੰਮ ਭਗਤੀ ਬਣੇ ਨੇ। ਕਿਰਤਕਾਰ ਕਰਨ ਵਾਲੇ, ਜੁੱਤੀਆਂ ਗੰਢਦੇ, ਮਰੇ ਹੋਏ ਪਸ਼ੂਆਂ ਦੀ ਖੱਲ ਉਤਾਰਦੇ, ਲੋਕਾਂ ਦੀਆਂ ਵਿਆਹਾਂ ਸ਼ਾਦੀਆਂ ਦੇ ਸੱਦੇ ਦਿੰਦਿਆਂ ਭਗਤ ਸੈਣ ਜੀ ਵਰਗੇ, ਦਰੀਆਂ ਬੁਣਦਿਆਂ ਭਗਤ ਕਬੀਰ ਜੀ ਵਰਗੇ, ਅਤੇ ਧਰਤੀ ਦੀ ਹਿੱਕ ਪਾੜ ਕੇ ਜ਼ਮੀਨ ਵਾਹ ਕੇ ਉਹਦੇ ਵਿੱਚ ਅਨਾਜ ਪੈਦਾ ਕਰਨ ਵਾਲੇ ਭਗਤ ਧੰਨਾ ਜੀ, ਕੱਪੜੇ ਦਾ ਕੰਮ ਕਰਨ ਵਾਲੇ ਭਗਤ ਨਾਮਦੇਵ ਜੀ, ਮਨ ਮੇਰੋ ਗੱਜ ਜੇਬਾਂ ਮੇਰੀ ਕਾਤੀ, ਇੱਦਾਂ ਦੀਆਂ ਉਦਾਹਰਨਾਂ ਦੇ ਦੇ ਕੇ ਉਹਨਾਂ ਭਗਤਾਂ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਤੋ ਕਿੱਦਾਂ ਮਨ ਰੰਗਿਆ ਸੀ, ਇਹ ਧਿਆਨ ਰੱਖਣ ਦੀ ਲੋੜ ਹੈ ਵੀ ਉਹ ਮਨ ਰੰਗਣ ਦਾ ਅਰਥ ਕੀ ਸੀ? ਵੀ ਇਹ ਮਨ ਸੱਚ ਦੀ ਵਿਚਾਰ ਵਿੱਚ ਇੱਕਮਿਕ ਓਤ-ਪੋਤ ਹੋਇਆ ਪਿਆ ਸੀ। ਤੋ ਪਾਤਸ਼ਾਹ ਨੇ ਬੜੇ ਸੌਖੇ ਤਰੀਕੇ ਨਾਲ ਇਹ ਗੱਲਾਂ ਸਾਡੀ ਝੋਲੀ ਵਿੱਚ ਪਾਈਆਂ ਨੇ। ਵੈਸੇ ਤਾਂ ਮਨ ਰੰਗਿਆ ਹੋਇਆ ਹੈ, ਮਨ ਰੰਗਿਆ ਗਲਤ ਤਰੀਕੇ ਨਾਲ ਹੈ। ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਇਹ ਤਨ ਨੂੰ ਮਾਇਆ ਦੀ ਪਾਹ ਲੱਗੀ ਹੋਈ ਹੈ, ਅਤੇ ਮਨ ਜਿਹੜਾ ਵਾ ਲੋਭ ਨਾਲ ਰੰਗਿਆ ਪਿਆ ਹੈ। ਇਹ ਤਨ ਮਾਇਆ ਪਾਹਿਆ ਪਿਆਰੇ, ਮਾਇਆ ਦੀ ਇਹਨੂੰ ਪਾਹ ਲੱਗੀ ਪਈ ਹੈ, ਬੁਰਾਈ ਦੀ ਪਾਹ ਲੱਗੀ ਪਈ ਹੈ, ਅਤੇ ਲੋਭ ਨਾਲ ਰੰਗਿਆ ਪਿਆ ਹੈ। ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਪਾਵੇ ਚੁਲੜਾ ਪਿਆਰੇ। ਹੁਣ ਇਹ ਇੱਦਾਂ ਦਾ ਰੰਗ ਕੰਤ ਨੂੰ ਚੰਗਾ ਨਹੀਂ ਲੱਗਦਾ। ਕਿਉਂ ਧਨ ਸੇਜਿਆ ਜਾਏ? ਵੀ ਇਹ ਹਿਰਦੇ ਰੂਪੀ ਇਸ ਸੇਜਾ 'ਤੇ, ਇਸ ਜੀਵ ਇਸਤਰੀ ਦੀ ਹਿਰਦੇ ਰੂਪੀ ਸੇਜਾ 'ਤੇ ਉਹ ਸੱਚ ਰੂਪੀ ਕੰਤ ਕਿੱਦਾਂ ਆਣ ਕੇ ਵਸੇਗਾ? ਕਿਉਂਕਿ ਉਹਨੂੰ ਤਾਂ ਇਹ ਰੰਗ ਪਸੰਦ ਹੀ ਨਹੀਂ। ਜੇ ਅਸੀਂ ਚਾਹੁੰਦੇ ਹਾਂ ਕਿ ਉਹ ਕੰਤ ਸੱਚ ਸਾਡੇ ਹਿਰਦੇ 'ਚ ਆਣ ਕੇ ਵਸੇ, ਸਾਡੇ ਅੰਦਰ ਉਹ ਕੁਆਲਿਟੀ ਆਏ, ਅਤੇ ਸਾਨੂੰ ਆਪਣਾ ਮਨ ਅਰਪਣ ਕਰਨਾ ਪਵੇਗਾ। ਫਿਰ ਉਹ ਇੱਦਾਂ ਰੰਗੇਗਾ ਜਿਵੇਂ ਸਤਿਗੁਰ ਨੇ ਬਾਣੀ ਵਿੱਚ ਬਹੁਤ ਪਿਆਰੇ ਸ਼ਬਦ ਵਰਤੇ ਨੇ, ਗੁਰ ਤੁੱਠੇ ਹਰ ਰੰਗ ਚਾੜਿਆ। ਜਿਹੜਾ ਗੁਰੂ ਜਦੋਂ ਤੁੱਠਦਾ ਫਿਰ ਹਰੀ ਦਾ ਰੰਗ ਚੜ੍ਹਦਾ। ਫਿਰ ਬੌੜ ਨਾ ਹੋਵੇ ਭੰਗ, ਫਿਰ ਉਹ ਭੰਗ ਥੋੜ੍ਹਾ ਹੁੰਦਾ। ਫਿਰ ਲੈਣ ਦਾ ਤੁਸੀਂ ਜਿੰਨਾ ਮਰਜ਼ੀ ਪੱਕਾ ਰੰਗ ਲਲਾਰੀ ਕੋਲੋਂ ਚੜ੍ਹਾ ਲਓ ਅਤੇ ਉਹ ਜਿੰਨੀਆਂ ਮਰਜ਼ੀ ਗਰੰਟੀਆਂ ਦੇਵੇ, ਪਰ ਉਬਲਦੇ ਪਾਣੀ ਗਰਮ ਪਾਣੀ 'ਚ ਪਾਓ, ਪਰ ਥੋੜ੍ਹਾ ਬਹੁਤਾ ਫਿਰ ਵੀ ਰੰਗ ਲੈਂਦਾ। ਪਰ ਜਦੋਂ ਗੁਰੂ ਆਪਣੇ ਵਿਗਾਸ ਵਿੱਚ ਆ ਕੇ, ਆਪਣੇ ਖੇੜੇ ਵਿੱਚ ਆ ਕੇ ਇਸ ਜੀਵ ਇਸਤਰੀ ਦੇ ਮਨ ਨੂੰ ਰੰਗ ਚਾੜ੍ਹਦਾ ਹੈ, ਫਿਰ ਰੰਗ ਲੈਂਦਾ ਥੋੜ੍ਹਾ। ਉਬਲਦੇ ਪਾਣੀਆਂ 'ਚ ਉਬਾਲੇ ਖਾਧੇ, ਰੂਹ ਵਿੱਚ ਲਪੇਟ ਕੇ ਸਾੜੇ ਗਏ, ਰੰਗ ਘਟਣ ਦੀ ਬਜਾਏ ਰੰਗ ਵੱਧਦਾ ਗਿਆ। ਹੁਣ ਤੁਸੀਂ ਚੰਗਾ ਕੱਪੜਾ ਕਿਤੇ ਰੰਗਾਇਆ ਹੋਵੇ, ਅਗਲੇ ਪੁੱਛਦੇ ਆ ਕਿਹੜੇ ਲਲਾਰੀ ਕੋਲੋਂ ਰੰਗਾਇਆ, ਅਗਲੇ ਉਸ ਲਲਾਰੀ ਦਾ ਨਾਂ ਲੈਂਦੇ ਨੇ। ਤੋ ਇੱਥੇ ਪਾਤਸ਼ਾਹ ਕਹਿੰਦੇ ਨਾਨਕ ਭਗਤੀ ਜੇ ਰਪੇ। ਭਗਤੀ ਵਿੱਚ ਜਦੋਂ ਮਨ ਰੰਗਿਆ ਗਿਆ, ਭਗਤ ਤੇਰੇ ਮਨ ਭਾਵਨ ਦੇ ਦਰ ਸੋਹਣ ਕੀਰਤ ਗਾਵਦੇ। ਤੋ ਇਹ ਕਿਹੜੇ ਭਗਤ ਜਿਹੜੇ ਸੱਚ ਦੇ ਰਸਤੇ 'ਤੇ ਤੁਰਦੇ ਹਨ, ਜਿਨ੍ਹਾਂ ਦੀ ਗੱਲ ਗੁਰੂ ਸਾਹਿਬ ਨੇ ਬਾਣੀ ਵਿੱਚ ਕੀਤੀ ਹੈ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਮ ਕੋ ਸ਼ੀਪਰੋ ਹੋਇਓ ਲਖੀਣਾ, ਬੁਣਨਾ ਤਨਣਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਹਾਰਾ ਭਇਓ ਗੁਣੀ ਗਹੀਰਾ, ਰਵਿਦਾਸ ਢੁਅੰਤਾ ਢੋਰਨੀ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ। ਸਾਰਿਆਂ ਦਾ ਨਾਂ ਲੈ ਦਿੱਤਾ। ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ, ਨਾਨਕ ਭਗਤੀ ਜੇ ਰਪੈ। ਭਗਤਾਂ ਮੈਂ ਗਣਿਆ ਇਹ ਬਿਧ ਸੁਣ ਕੇ ਜਾਠ ਰੋਠ, ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਨਾਨਕ ਭਗਤੀ ਜੇ ਰਪੈ, ਭਾਵ ਰੱਬੀ ਗੁਣਾ 'ਚ ਇੱਕਮਿਕ ਹੋ ਗਿਆ। ਕੂੜਾ ਸੋਏ ਨਾ ਕੋਈ, ਫਿਰ ਕੂੜ ਦੀ ਖਬਰ, ਕੂੜ ਦਾ ਸੁਨੇਹਾ
उस मन तक नहीं जाता, मन यानी कि भटकदा नहीं। तो सतगुर ने कमाल की उदाहरण दे के समझाई है, किते सच काल, सच दे चचे नूं सिहारी है। सच काल, हिरदे विचों सच दा काल पै गया। हुण तुसीं एक चीज़ नोट की होएगी, जदों किते काल पैंदा है ना, हुण आपां कई वारी वेखदे वरखा ज़्यादा आउण कारण कई वारी फसलां मर जांदियां ने, ते कई वारी वरखा ना होण करके भी फसलां नहीं हुंदियां। काल पैण दे कई कारण हो सकदे ने। आपां पिछे जे वेखिआ सी, जदों कश्मीर की धरती ते रातों रात पानी उन्हां घरां 'च भर गया तो कितना नुकसान होया सी, समान नहीं सी कढ़ण दा उन्हां नूं मौका मिलिया, नुकसान होया सी। फिर किदां देशां विदेशां विचों वख-वख इलाकिਆਂ चों साडे वीरां रल के हैल्प कीती। ये नहीं वेखिआ भी ये घर मुसलमान दा है, ये घर सिख दा है, किहदा घर है। हैल्प करन वक्त ये नहीं चीज़ां वेखियां गईयां। सच का जो काल, हुण तुसीं वेखो जो काल पैंदा, जो किसी नूं हुण हड़ आए पिछे जे, भावें वो हड़ आए नहीं सी, हड़ लिआंदे गए सी, खैर ये विशा नहीं मैं इस बन्ने तुरां, पर दस रहा जो किते किसी चीज़ का काल पैंदा, कपड़े का काल पैंदा, अनाज का काल पैंदा, किसी जो चीज़ का काल पैंदा, हमेशा ही दूजा इलाका, दूजी स्टेट उहदी हैल्प करते हैं जिहड़ी भी चीज़ का काल पैंदा। पर इत्थे काल काहदा पिया? सच का। सच का काल पिया, हैल्प वो करेगा जिहदे कोल अपने कोल होएगा। हुण जो कपड़े का काल पैंदा, दूजी स्टेट, दूजा इलाका तां हैल्प करदा, उहदे कोल हुंदा है वो चीज़, कहंदा लै मैं इहदी हुण हैल्प करा, इहनूं अनाज चाहीदा है खाण लई, पानी पीण लई चाहीदा है, भोजन चाहिए, भोजन पहुँचाया जाता है। पर इत्थे काल सच का पिया, तो पिया भी हिरदे चों है। सच काल, सच का काल पै गया। कित्थों पिया काल? हिरदे विचों। हिरदे विचों सच का काल पै गया। मनुखी हिरदियां विचों सच निकल गया। जिवें आपां ने कूड़ अमावस सच चंद्रमा, जिवें अमावस की रात नूं, मस्या की रात नूं चंद्रमा दिखाई थोड़ा दिंदा, उदों ते ऐन कुप हनेरा हुंदा है। मारे कहते कूड़ अमावस सच चंद्रमा, सच का चंद्रमा मस्या वाली रात कित्थे दिखाई देना है? झूठ तो मस्या की काली रात की तरह हो गया। कूड़ अमावस सच चंद्रमा कहने के दिसे ना ही कह चढ़िया। तो ये उदाहरण दे दे के समझाउण दा अर्थ ही गुरुदेव पिता महाराज का इस भी सच का काल पै गया। सच काल ते कूड़ वरतिया, कूड़ वरत गया, कूड़ का बोलबाला हर बन्ने। इहदा असर की होया? कल कालख बेताल, वकारां दी कालख नाल बंदे बेताले हो गए, जिंदगी के ताल तो खुंझ गए। अजे लगता नहीं तुहानूं इंसान अपनी जिंदगी की ताल तो खुंझ गए। जदों ट्रेन एक स्टेशन तो चलती है ना, तुसीं कदी नोट करियो, एक स्टेशन तो चलती है, उहदे पिछे डब्बे ने, सब तो अगे इंजन है। जे इंजन पटड़ी ते है ना, वो हज़ारां किलोमीटर सफ़र तय कर लेंदी है। पर जे इंजन ही पटड़ी तो लै गए, डब्बियां दी की मजाल अगे तुर पैण। जे उन्हां विचों एक भी डब्बा, आपां इंज कह लीए भी एक भी डब्बा जे पटड़ी तो लै जे, तो पिछे आने वाले जिहड़े डब्बे ने ना, वो नहीं पटड़ी ते फिर रह सकते। जे इंजन पटड़ी तो लै गया, मगरले डब्बियां दी इच्छा होए कि असीं अगे लंघ जाइए, किद्दां होएगा? वो तो इंजन के मगर डिगणगे, पक्की गल है। अज बंदा भी बेताला हो गया, ताल तो खुंझ गया, जिंदगी की ताल तो खुंझ गया। जो आ रागी सिंह कीर्तन करते हैं, हुण जिन्होंने संगीत की नॉलेज होंदी, वो एक सैकेंड में पहचान जाते हैं कि बंदा ताल तो खुंझ गया। हुण जिन्होंने नॉलेज नहीं, उन्होंने थोड़ा पता लगना है। पर जिहड़ा संगीत की नॉलेज रखने वाला, जिन्हों पता है रागां बारे, बोध है, ज्ञान है, वो संगत में बैठा कोई कीर्तन कर रहा, वो मिनट भी दसदा इत्थे बंदा ताल तो खुंझ गया सी। जदों आपां वेखदे हां जिहड़े गाउण वाले, जदों उन्हां दा आपस विच मुकाबला हुंदा है, जिहड़े जज बैठे हुंदे ने, आम बंदा तो वाह वाही करी जांदा, पर उन्होंने पता हुंदा भी इत्थों ताल तो खुंझ गए। जज नूं पता, जिहड़ा जजमेंट कर रहा है ना, वो दसदा इत्थों इन्नी क सोरे दी डाउन हो गई सी, इत्थों ताल तो खुंझ गया सी। इदां ही जिवें एक दुनियावी गायक गाउण वाला जिहड़ा है, उहदे बारे जिहड़ा नॉलेज रखने वाला जज है, वो दस दिंदा भी इत्थे ताल तो खुंझ गया सी। इदां ही गुरु साहब जिंदगी की नॉलेज रखते हैं, पूरी जिंदगी बारे बोध है, ज्ञान है कि मनुख इत्थे जिंदगी के ताल तो खुंझ गए, बेताला हो गया। ताल सी सत संतोख दया धर्म तीरज, ये तो खुंझ के औगणा के इशारियां ते नचण लग पे, पंजां वकारां दे हत्थ कठपुतली बन के नचण लग पे। ते कल कालख बेताल, कल कलयुग की है? कलयुग बंदे दे हिरदे विचों सच का काल पैना ही कलयुग है।
ਜਦੋਂ ਅਸੀਂ ਕਲਯੁਗ ਦੀ ਗੱਲ ਕਰਦੇ ਹਾਂ, ਕਲਯੁਗ ਕਿਤੇ ਦੇਸ ਨਾ ਆਇਆ ਸੁਣੀਏ, ਤੀਰਥ ਪਾਸ ਨਾ ਬੈਠਾ, ਦਾਤਾ ਦਾਨ ਕਰੇ ਤੇ ਨਾ ਹੀ ਮਹਿਲ ਉਸਾਰ ਨਾ ਬੈਠਾ। ਕਲਯੁਗ ਕੋ ਇੱਦਾਂ ਥੋੜ੍ਹਾ ਵੀ ਇੱਕ ਸਟੇਟ ਤੋਂ ਦੂਜੇ ਸਟੇਟ ਜਾਂਦਾ, ਇੱਕ ਦੇਸ਼ ਤੋਂ ਦੂਜੇ ਦੇਸ਼ ਜਾਂਦਾ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂਦਾ। ਕਲਯੁਗ ਕੋਈ ਬਾਹਰ ਨਹੀਂ ਹੈ ਹਵਾ ਪਾਣੀ ਦੀ ਤਰ੍ਹਾਂ, ਕਲਯੁਗ ਮਨੁੱਖੀ ਸੁਭਾਅ ਵਿੱਚ ਹੈ। ਜੇ ਤੁਹਾਡੇ ਅੰਦਰ ਸੱਚ ਦੀ ਵਿਚਾਰ ਹੈ ਤਾਂ ਫਿਰ ਸਤਿਯੁਗ ਹੈ, ਜੇ ਸੱਚ ਦੀ ਵਿਚਾਰ ਹੀ ਨਹੀਂ ਤਾਂ ਫਿਰ ਕਲਯੁਗ ਹੈ। ਪਾਤਸ਼ਾਹ ਦੀ ਬਾਣੀ ਕਹਿੰਦੀ। ਤੇ ਹਜ਼ੂਰ ਫਰਮਾਉਂਦੇ ਨੇ ਸੱਚ ਕਾਲ, ਸੱਚ ਦਾ ਕਾਲ ਪੈ ਗਿਆ। ਕਿੱਥੋਂ? ਮਨੁੱਖੀ ਹਿਰਦਿਆਂ ਵਿੱਚੋਂ, ਇਨਸਾਨਾਂ ਦੇ ਹਿਰਦੇ ਵਿੱਚੋਂ ਸੱਚ ਦਾ ਕਾਲ ਪੈ ਗਿਆ। ਤਾਂ ਹੀ ਆਖਦੇ ਸ਼ਰਮ ਧਰਮ ਦੋਏ ਸੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇਲਾ ਲੋ। ਸ਼ਰਮ ਧਰਮ ਖਲੋ ਪਾਸੇ ਹੋ ਗਿਆ ਤੇ ਕੂੜ ਝੂਠ ਉਹ ਪ੍ਰਧਾਨ ਆਗੂ ਬਣ ਕੇ ਤੁਰਿਆ ਫਿਰਦਾ। ਤੋ ਪਾਤਸ਼ਾਹ ਕਹਿੰਦੇ ਸੱਚ ਕਾਲ ਕੂੜ ਵਰਤਿਆ, ਸੱਚ ਦਾ ਕਾਲ ਪੈ ਗਿਆ, ਕੂੜ ਵਰਤ ਰਿਹਾ ਹਰ ਬੰਨੇ। ਕੱਲ ਕਾਲਖ, ਕੱਲ ਦੇ ਇੱਥੇ ਲੱਲੇ ਨੂੰ ਸਿਹਾਰੀ ਹੈ। ਕੱਲ ਕਲੇਸ਼ਾਂ ਵਾਲਾ ਸਮਾਂ, ਜਦੋਂ ਸੱਚ ਨਾਲ ਉਹ ਬੰਦਾ ਟੁੱਟਦਾ, ਇਹੋ ਹੀ ਕਲੇਸ਼ ਹੈ। ਕੱਲ ਕਾਲਖ, ਕਾਲਖ ਮਾੜੀ ਹੁੰਦੀ ਹੈ। ਕਿਹੜੀ ਕਾਲਖ? ਵਿਕਾਰਾਂ ਦੀ ਕਾਲਖ। ਹੁਣ ਜੇ ਅੰਜਨ ਨਾਲ ਨਰੰਜਨ ਨਾਲ ਸੁਰਤ ਜੋੜ ਕੇ ਰੱਖਦਾ ਤੇ ਫਿਰ ਬੰਦਾ ਆਪਣੇ ਆਪ ਨੂੰ ਇਸ ਕਾਲਖ ਤੋਂ ਬਚਾ ਸਕਦਾ ਸੀ। ਕਹਿੰਦੇ ਕੱਲ ਕਾਲਖ ਬੇਤਾਲ। ਹੁਣ ਬੇਤਾਲ ਸਮਝ ਆ ਗਈ? ਆਪਾਂ ਕਹਿੰਦੇ ਬੇਤਾਲਾ, ਬੇਤਾਲ। ਹੁਣ ਬੇਤਾਲ ਕੌਣ ਹੈ? ਬੇਤਾਲ ਦਾ ਅਰਥ ਭੂਤ ਵੀ ਕਹਿੰਦੇ ਆਪਾਂ। ਹੁਣ ਇੱਥੇ ਭੂਤ ਕੌਣ ਹੈ? ਸੱਚ ਦਾ ਕਾਲ ਪੈ ਗਿਆ, ਬੰਦਾ ਬੇਤਾਲਾ ਹੋ ਗਿਆ। ਹੁਣ ਇੱਥੋਂ ਗੱਲ, ਹੁਣ ਜਦੋਂ ਪ੍ਰੋਫੈਸਰ ਸਾਹਿਬ ਸਿੰਘ ਨੇ ਇਹਨਾਂ ਦੇ ਅਰਥ ਕੀਤੇ, ਬੇਤਾਲ ਦਾ ਅਰਥ ਉਹਨਾਂ ਭੂਤ ਕੀਤਾ ਹੈ। ਹੁਣ ਭੂਤ ਕੀ ਹੈ? ਆ ਜਿਹੜੇ ਲੋਕ ਚਿਮਟੇ ਵਜਾਉਣ ਵਾਸਤੇ ਜਾਂਦੇ ਆ ਦੇਹਧਾਰੀ ਬਾਬਿਆਂ ਕੋਲ, ਉੱਥੇ ਚਿਮਟੇ ਖਾਂਦੇ ਆ, ਜਿਹੜੇ ਚੌਂਕੀਆਂ ਨਹੀਂ ਭਰਦੇ ਪਿੰਡਾਂ 'ਚ ਆਮ, ਉੱਥੇ ਭੂਤ ਆ ਗਿਆ ਜੀ, ਆ ਗਿਆ। ਹੁਣ ਬਾਣੀ ਆਂਦੀ ਆਹ ਭੂਤ ਹੈ। ਜਦੋਂ ਬੰਦਾ ਸੱਚ ਤੋਂ ਸਖਣਾ ਹੋ ਜਾਂਦਾ, ਸਭ ਤੋਂ ਵੱਡਾ ਬੰਦਾ ਹੀ ਭੂਤ ਹੈ, ਇਨਸਾਨ ਹੀ ਭੂਤ ਹੈ। ਇਸ ਤੋਂ ਵੱਡਾ ਭੂਤ ਹੀ ਕੋਈ ਨਹੀਂ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਕਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ। ਬੰਦਾ ਹੀ ਸਭ ਤੋਂ ਵੱਡਾ ਜਿੰਨ ਹੈ, ਬੰਦਾ ਹੀ ਸਭ ਤੋਂ ਵੱਡਾ ਭੂਤ ਹੈ, ਜਿਹਨੇ ਸੱਚ ਦੀ ਪਹਿਚਾਣ ਨਹੀਂ ਕੀਤੀ। ਤੋ ਕੋਈ ਭੂਤ ਪ੍ਰੇਤ ਨਹੀਂ ਇੱਦਾਂ ਦੇ। ਤੇ ਸਾਡੇ ਮਨਾਂ 'ਚ ਇੱਦਾਂ ਦੇ ਡਰ ਪਾਏ ਹੋਏ ਆ ਜੀ, ਭੂਤ ਹੈ ਜੀ, ਇੱਥੇ ਪ੍ਰੀਤ ਹੈ ਜੀ, ਇਹ ਛਾਇਆ, ਇਹ ਕਿੱਦਾਂ ਦੀਆਂ ਕਹਾਣੀਆਂ ਬਣਾਤੀ, ਗੈਬੀ ਸ਼ਕਤੀ ਹੈ ਜੀ ਇਹ। ਤੁਸੀਂ ਵੇਖਿਆ ਨਾ ਕਈਆਂ ਤੇ ਸਿਰਾਂ 'ਤੇ ਬਾਬੇ ਆਉਂਦੇ ਨੇ, ਕਈਆਂ 'ਤੇ ਕੋਈ ਦੇਵੀ ਦੇਵਤੇ ਆਉਂਦੇ ਨੇ। ਇੱਦਾਂ ਦੀਆਂ ਕਹਾਣੀਆਂ ਪਾ ਪਾ ਕੇ ਬਹੁਤ ਸੰਸਾਰ ਦੇ ਲੋਕਾਂ ਨੂੰ ਇੱਦਾਂ ਉਲਝਾਇਆ ਜਾਂਦਾ ਹੈ। ਤੋ ਇਹਨਾਂ 'ਚੋਂ ਸਾਨੂੰ ਬਾਹਰ ਨਿਕਲਣ ਦੀ ਲੋੜ ਹੈ ਅਤੇ ਅਸੀਂ ਆਪਣੇ ਆਪ ਨੂੰ ਚੰਗੇ ਬੰਨੇ ਤੋਰਨ ਦੀ ਜ਼ਰੂਰਤ ਹੈ। ਤੋ ਇਹ ਕਹਾਣੀਆਂ ਬਣਾ ਬਣਾ ਕੇ ਬੜੇ ਲੋਕਾਂ ਨੇ ਇੱਦਾਂ ਦੀਆਂ ਆਪਣੀਆਂ ਦੁਕਾਨਦਾਰੀਆਂ ਖੋਲ੍ਹੀਆਂ। ਕੋਈ ਦਾਅਵਾ ਕਰੀ ਜਾਂਦਾ ਮੇਰੇ 'ਚ ਕੋਈ ਦੇਵੀ ਆਉਂਦੀ ਹੈ, ਕੋਈ ਕਹਿੰਦਾ ਮੇਰੇ 'ਚ ਦੇਵਤਾ ਆਉਂਦਾ ਹੈ, ਕੋਈ ਕਹਿੰਦਾ ਮੇਰੇ 'ਚ ਬਾਬਾ ਦੀਪ ਸਿੰਘ ਆਉਂਦਾ ਹੈ। ਆ ਪਿੰਡ ਕਾਲੇ ਕੇ ਰਈਏ ਦੇ ਲਾਗੇ, ਮੈਨੂੰ ਇਹ ਅੱਜ ਦੀ ਗੱਲ ਨਹੀਂ, ਅੱਜ ਤੋਂ 15-16 ਸਾਲ ਪਹਿਲਾਂ ਦੀ ਗੱਲ ਦੱਸ ਰਿਹਾ ਮੈਂ ਤੁਹਾਨੂੰ। ਉੱਥੇ ਪਿੰਡ ਵਿੱਚ ਹੀ ਇੱਕ ਇਹਦਾ ਗੱਦੀ ਲਾਉਂਦਾ ਸੀ ਅਤੇ ਸਾਡੀ ਇੱਥੇ ਕਲਾਸ ਲੱਗਦੀ ਹੁੰਦੀ ਸੀ ਰਈਏ। 15-16 ਸਾਲ ਪਹਿਲਾਂ ਦੀ ਗੱਲ ਦੱਸ ਰਿਹਾ। ਅਤੇ ਉਹਨੇ ਇਹ ਦਾਅਵਾ ਕੀਤਾ ਸੀ ਕਿ ਮੇਰੇ 'ਚ ਗੁਰੂ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਆਉਂਦੇ ਆ, ਕਿਉਂਕਿ ਉੱਥੋਂ ਬਾਬਾ ਬਕਾਲਾ ਨੇੜੇ ਹੈ। ਤੋ ਇਹ ਵੀ ਇੱਕ ਤਰੀਕਾ ਸਾਡੇ ਸਮਾਜ ਦਾ ਬੜਾ ਵੱਡਾ, ਵੀ ਜਿਹੜੇ ਇਲਾਕੇ 'ਚ ਜਿਹੜੇ ਬਾਬੇ ਦਾ ਪ੍ਰਭਾਵ ਹੋਵੇ, ਨਾਮ ਹੀ ਉਹਦਾ ਹੀ ਲੈਣਾ, ਤਾਂ ਕਿ ਲੋਕਾਂ 'ਤੇ ਪ੍ਰਭਾਵ ਜ਼ਿਆਦਾ। ਜੋ ਤੁਸੀਂ ਵੇਖੋ ਇਹ ਸਾਡੇ ਸਮਾਜ ਦਾ ਹਾਲਾਤ ਇੱਦਾਂ ਵੀ ਜੇ ਅਰਦਾਸ ਅੰਮ੍ਰਿਤਸਰ ਦੇ ਤਰਨਤਾਰਨ ਦੇ ਏਰੀਏ 'ਚ ਹੋਏਗੀ ਅਤੇ ਉੱਥੇ ਬਾਬਾ ਬੁੱਢਾ ਜੀ ਦਾ ਨਾਂ ਅਰਦਾਸ ਵਿੱਚ ਲਿਆ ਜਾਏਗਾ। ਜੇ ਅੰਮ੍ਰਿਤਸਰ ਦੇ ਏਰੀਏ 'ਚ ਹੋਏਗੀ ਫਿਰ ਗੁਰੂ ਰਾਮਦਾਸ ਦਾ ਨਾਂ ਲਿਆ ਜਾਏਗਾ। ਜੇ ਦਿੱਲੀ ਅਰਦਾਸ ਹੋਏਗੀ ਤਾਂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦਾ ਨਾਂ ਲਿਆ ਜਾਏਗਾ। ਇੱਦਾਂ ਇਲਾਕੇ ਵੰਡ ਦਿੱਤੇ ਸੀ, ਜਿਹੜੇ ਗੁਰੂ ਸਾਰਿਆਂ ਦੇ ਸਾਂਝੇ ਸੀ। ਅਸੀਂ ਇਲਾਕੇ ਵੰਡਤੇ ਵੀ ਆਹ ਬਾਬਾ ਬੁੱਢਾ ਇਸ ਇਲਾਕੇ ਦਾ, ਬਾਬਾ ਦੀਪ ਸਿੰਘ ਇਸ ਇਲਾਕੇ ਦਾ, ਭਾਈ ਮਨੀ, ਇਹ ਸਾਡੇ ਸਾਰਿਆਂ ਦੇ ਸਾਂਝੇ ਸੀ। ਹੁਣ ਬਾਬੇ, ਜਿਵੇਂ ਲੋਕਾਂ ਨੇ ਆਪਣੇ ਦੇਹਧਾਰੀ ਬਾਬੇ ਨਹੀਂ ਵੰਡੇ, ਇੱਦਾਂ ਅਸੀਂ ਸਿੱਖਾਂ ਵਿੱਚ ਵੀ ਵੰਡੀਆਂ ਪਾਤੀਆਂ। ਜਿਹੜਾ ਗੁਰੂ ਪਰਮੇਸ਼ਰ, ਜਿਹੜਾ ਇੱਕਾ ਬਾਣੀ ਇੱਕ ਗੁਰ ਸੀ, ਇੱਕੋ ਸ਼ਬਦ ਵਿਚਾਰ ਵਾਲੀ, ਜਾਂ ਜੋ ਤੋਹਾ ਜੁਗਤ ਸਹਿ ਸਹਿ ਕਾਇਆ ਫਿਰ ਪਲਟੀਏ ਵਾਲੀ ਗੱਲ ਰਹਿਣ ਨਹੀਂ ਦਿੱਤੀ। ਜੇ ਭਗਤ ਨਾਮਦੇਵ ਦੇ ਨਾਂ 'ਤੇ ਗੁਰਦੁਆਰਾ, ਉਹਨਾਂ ਨੇ ਭਗਤ ਨਾਮਦੇਵ ਦਾ ਨਾਂ ਲੈਣਾ ਹੈ। ਜੇ ਭਗਤ ਕਬੀਰ ਜੀ ਦੇ ਨਾਂ 'ਤੇ ਗੁਰਦੁਆਰਾ, ਉਹਨਾਂ ਭਗਤ ਕਬੀਰ ਜੀ ਦਾ ਅਰਦਾਸ ਵਿੱਚ ਨਾਂ ਲੈਣਾ ਹੈ। ਜੇ ਭਗਤ ਧੰਨਾ ਜੀ ਦੇ ਨਾਂ 'ਤੇ ਗੁਰਦੁਆਰਾ, ਉਹਨਾਂ ਭਗਤ ਧੰਨਾ ਜੀ ਦੇ ਨਾਂ 'ਤੇ ਉਹਨਾਂ ਨੇ ਨਾਂ ਲੈਣਾ ਅਰਦਾਸ ਵਿੱਚ। ਇਹ ਤਾਂ ਵੰਡੀਆਂ ਪਾਤੀਆਂ ਵੱਖਰੀਆਂ ਵੱਖਰੀਆਂ। ਤੋ ਇੱਥੋਂ ਨੁਕਸਾਨ ਹੋਇਆ। ਚਾਹੀਦਾ ਤਾਂ ਸੀ ਗੁਰਦੁਆਰਿਆਂ ਦੇ ਨਾਂ ਹੀ ਸਿੰਘ ਸਭਾ ਦੇ ਨਾਂ 'ਤੇ ਹੁੰਦੇ। ਇਹ ਗੱਲ ਪਹਿਲਾਂ ਵੀ ਮੈਂ ਇੱਕ ਦਿਨ ਇਹ ਟੌਪਿਕ ਲਿਆ ਸੀ ਵੀ ਉਹਦੇ ਨਾਲ ਆ ਜਿਹੜੇ ਸਾਡੇ ਜਾਤ ਪਾਤ ਵੱਖਰੀ ਵੱਖਰੀ ਧੜੇ ਖੜੇ ਹੋਏ ਨੇ, ਇਹਨਾਂ ਤੋਂ ਅਸੀਂ ਆਪਣੇ ਆਪ ਨੂੰ ਬਚਾ ਸਕਦੇ। ਇਹ ਤਾਂ ਕੁਝ ਹਰਕਤਾਂ ਤਾਂ ਹੀ ਕੀਤੀਆਂ ਜਾ ਰਹੀਆਂ। ਜਿਵੇਂ 4 ਦਿਨ ਪਹਿਲਾਂ ਗੁਰੂ ਭਗਤ ਰਵਿਦਾਸ ਜੀ ਦੇ ਨਾਂ 'ਤੇ ਲਾਵਾਂ ਦਾ ਪਾਠ ਜਿਹੜਾ ਪੜ੍ਹਿਆ ਜਾ ਰਿਹਾ, ਅਗਲੇ ਕੁਝ ਹੀ ਸ਼ਰਾਰਤਾਂ ਕਰਦੇ ਅਗਲੇ ਤਾਂ ਚਾਹੁੰਦੇ ਆ ਇਹਨਾਂ ਨੂੰ ਵੱਖਰਾ ਕਰੀਏ, ਸੁੱਟੀਏ ਇਹਨਾਂ ਨੂੰ ਥੱਲੇ। ਵਿਪਰ ਆਪਣੇ ਰੂਪ ਬਦਲ ਕੇ ਆਉਂਦਾ ਹੈ।
ਜਿਵੇਂ ਮਾਇਆ ਰੂਪ ਬਦਲ ਬਦਲ ਕੇ ਆਉਂਦੀ ਹੈ ਨਾ, ਵਿਪਰ ਰੂਪ ਬਦਲ ਬਦਲ ਕੇ ਆਉਂਦਾ। ਕਦੀ ਬੋਧੀ ਦੇ ਰੂਪ 'ਚ ਆਉਂਦਾ, ਕਦੀ ਧੋਤੀ ਦੇ ਰੂਪ 'ਚ ਆਉਂਦਾ ਹੈ, ਕਦੀ ਦਮਾਲਿਆਂ ਦੇ ਰੂਪ 'ਚ ਆਉਂਦਾ ਹੈ, ਕਦੀ ਕਸ਼ਹਿਰਿਆਂ ਦੇ ਰੂਪ 'ਚ ਆਉਂਦਾ ਹੈ, ਕਦੀ ਕਿਰਪਾਨਾਂ ਦੇ ਰੂਪ 'ਚ ਆਉਂਦਾ ਹੈ। ਪਛਾਣਿਆ ਜਾਂਦਾ ਆਪਣੇ ਕੰਮਾਂ ਤੋਂ, ਰੂਪ ਜਿੰਨੇ ਮਰਜ਼ੀ ਬਦਲੇ, ਪਛਾਣਿਆ ਕੰਮਾਂ ਤੋਂ ਜਾਂਦਾ। ਹੁਣ ਭੌਰੇ ਅਤੇ ਭੂੰਡ ਦੀ ਇੱਕੋ ਜੈਸੀ ਗੂੰਜ, ਪਰ ਕੰਮੀ ਪਿਆ ਪਛਾਣੀਏ ਉਹ ਭੌਰਾ ਉਹ ਭੂੰਡ। ਜਿੰਨੇ ਮਰਜ਼ੀ ਬਾਹਰੋਂ ਬਾਣੇ ਬਦਲ ਲਵੇ, ਜਦੋਂ ਉਹ ਮੂਰਤੀ ਦੇ ਦੁੱਧ ਚੜਾਉਂਦਾ ਹੈ, ਇਹ ਥੜਿਆਂ ਨੂੰ ਦੁੱਧ ਨਾਲ ਧੋਂਦਾ, ਉੱਥੋਂ ਫਿਰ ਹਰਕਤਾਂ ਪਛਾਣੀ ਜਾਂਦੀਆਂ। ਉਹ ਮੂਰਤੀ ਦੀਆਂ ਆਰਤੀਆਂ ਕਰਦਾ, ਇਹ ਗੁਰੂ ਗ੍ਰੰਥ ਸਾਹਿਬ ਦੀਆਂ ਆਰਤੀਆਂ ਕਰਦਾ, ਉਹ ਤੋਂ ਪਛਾਣੀ ਜਾਂਦੀ ਗੱਲ, ਹਰਕਤਾਂ ਤੋਂ ਪਤਾ ਲੱਗ ਜਾਂਦਾ। ਉਹ ਆਪਣੇ ਮੰਦਰਾਂ ਗਾੜੀ ਨਾਰੀਅਲ ਰੱਖਦਾ, ਇਹਨਾਂ ਦੇ ਪਾਠ ਨਾਰੀਅਲ ਤੋਂ ਬਿਨਾਂ ਨਹੀਂ ਹੁੰਦੇ। ਉਹਨੇ ਉੱਥੇ ਲਿਆ ਕੇ ਉਹਨੇ ਇਕੱਠੇ ਕਰਤੇ। ਤਾਂ ਖੈਰ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਉਹ ਦਾਅਵਾ ਕਰਦਾ ਸੀ ਕਿ ਮੇਰੇ 'ਚ ਗੁਰੂ ਨੌਵੇਂ ਪਾਤਸ਼ਾਹ ਆਉਂਦੇ। ਜਦੋਂ ਅਸੀਂ ਸਾਰੀ ਟੀਮ ਸਾਡੀ ਇੱਦਾਂ ਅਸੀਂ ਗਏ ਉੱਥੇ, ਕਾਫੀ ਸਿੰਘ, ਤਾਂ ਉਹਨੇ ਇੱਦਾਂ ਪੁੱਛਿਆ ਵੀ ਨੌਵੇਂ ਪਾਤਸ਼ਾਹ ਦੀ ਕਿੰਨਿਆਂ ਰਾਗਾਂ 'ਚ ਬਾਣੀ ਹੈ। ਹੁਣ ਉਹਨੂੰ ਪਤਾ ਹੋਵੇ ਤਾਂ ਦੱਸਦਾ, ਉਹ ਤਾਂ ਆਮ ਦਿਹਾੜੀਦਾਰ ਬੰਦਾ ਸੀ। ਅਸੀਂ ਨਾਲ ਪੁਲਿਸ ਵੀ ਲੈ ਗਿਆ ਸੀ, 15-16 ਸਾਲ ਪਹਿਲਾਂ ਦੀ ਗੱਲ ਹੈ। ਕਿੰਨਿਆਂ ਰਾਗਾਂ 'ਚ ਬਾਣੀ ਹੈ ਨੌਵੇਂ ਪਾਤਸ਼ਾਹ ਦੀ। ਨੌਵੇਂ ਪਾਤਸ਼ਾਹ ਦਾ ਜਦੋਂ ਸੀਸ ਧੜ ਨਾਲੋਂ ਅਲੱਗ ਕੀਤਾ ਸੀ, ਉਸ ਜਲਾਦ ਦਾ ਨਾਮ ਕੀ ਸੀ? ਜਿਸ ਕਾਜੀ ਨੇ ਫਤਵਾ ਪੜ੍ਹਿਆ ਸੀ ਉਹਦਾ ਨਾਮ ਕੀ? ਕਹਿੰਦਾ ਮੈਨੂੰ ਪਤਾ ਹੀ ਨਹੀਂ। ਅਸੀਂ ਕਹਿੰਦੇ ਤੁਹਾਨੂੰ ਥੋੜ੍ਹਾ ਪੁੱਛ ਰਹੇ ਹਾਂ, ਅਸੀਂ ਤਾਂ ਨੌਵੇਂ ਪਾਤਸ਼ਾਹ ਨੂੰ ਪੁੱਛ ਰਹੇ ਹਾਂ, ਤੁਹਾਡੇ ਵਿੱਚ ਨੌਵੇਂ ਪਾਤਸ਼ਾਹ ਆਉਂਦੇ ਨੇ। ਹੱਥ ਖੜੇ ਕਰ ਗਿਆ ਜੀ ਉਹ। ਅਤੇ ਸਾਨੂੰ ਅੱਜ ਵੀ ਯਾਦ ਹੈ, ਪਿੰਡ ਕਾਲੇ ਕੇ ਹੈ, ਉਹ ਸਾਡੇ ਕੰਨ 'ਚ ਆਉਂਦਾ ਜੀ, ਫਿਰ ਮੈਨੂੰ ਇਹ ਦਿਹਾੜੀ ਖੜਿਆ ਕਰਨਗੇ ਬਾਅਦ 'ਚ, ਇਹ ਨਾ ਹੋਵੇ ਮੁੜ ਕੇ ਮੈਨੂੰ ਕੰਮ ਹੀ ਨਾ ਖੜਿਆ ਕਰਨ। ਅਜੇ ਤੱਕ ਸਾਡੇ ਕੋਲ ਉਸ ਵਕਤ ਦੀਆਂ ਫੋਟੋਆਂ ਪਈਆਂ ਨੇ। ਅਤੇ ਅਸੀਂ ਤਰਸ ਆਉਂਦਾ ਸੀ, ਵੇਖੋ ਵੀ ਵੱਡੇ ਵੱਡੇ ਜ਼ਿਮੀਂਦਾਰ ਉਹਦੇ ਪੈਰਾਂ 'ਤੇ ਮੱਥਾ ਟੇਕਦੇ ਸੀ। ਕੋਈ ਇੱਕ ਫੌਜੀ ਸੀ, ਉਹਨੇ ਕੂਲਰ ਲਿਆ ਕੇ ਚੜਾਇਆ ਉੱਥੇ। ਹੁਣ ਇੱਦਾਂ ਦੀਆਂ ਦੁਕਾਨਾਂ ਕਿੰਨੀਆਂ ਖੁੱਲ੍ਹੀਆਂ ਹੋਈਆਂ ਨੇ। ਕੋਈ ਦਾਅਵਾ ਕਰੀਦਾ ਕਿ ਕੋਈ ਕਹਿੰਦਾ ਮੇਰੇ 'ਚ ਗੁਰੂ ਰਾਮਦਾਸ ਜੀ ਆਉਂਦੇ ਨੇ, ਕੋਈ ਕਿਸੇ ਗੁਰੂ ਦਾ ਦਾਅਵਾ ਕਰਦਾ, ਕੋਈ ਬਾਬਾ ਦੀਪ ਸਿੰਘ ਦਾ ਨਾਂ ਲਈ ਜਾਂਦਾ। ਤਾਂ ਖੈਰ ਸਾਧ ਸੰਗਤ, ਤੇ ਮੈਂ ਸਿਰਫ ਇੰਨੀ ਬੇਨਤੀ ਕਰਦਾ, ਇਹ ਭੂਤ ਪ੍ਰੇਤ ਜਿੰਨ ਆਤਮਾਵਾਂ, ਮਤਲਬ ਇਹ ਕਿੱਦਾਂ ਦੀਆਂ ਕਹਾਣੀਆਂ, ਕਿਉਂਕਿ ਅਗਲੇ ਨੂੰ ਪਤਾ ਹੈ ਵੀ ਇੱਦਾਂ ਦੇ ਲੋਕ ਸਾਡੇ ਸਾਹਮਣੇ ਬੈਠੇ, ਇਹਨਾਂ ਨੂੰ ਜਿੰਨਾ ਮਰਜ਼ੀ ਗੁੰਮਰਾਹ ਕਰੀ ਜਾਓ। ਤਾਂ ਸਤਿਗੁਰ ਨੇ ਬਾਣੀ 'ਚ ਇਹ ਵਿਚਾਰ ਸਾਨੂੰ ਬਖਸ਼ਿਸ਼ ਕੀਤੀ ਹੈ ਕਿ ਅਸੀਂ ਆਪਣੇ ਆਪ ਨੂੰ ਕਿੱਦਾਂ ਤਿਆਰ ਕਰਨਾ, ਆਪਣਾ ਮਨੋਬਲ ਕਿੱਦਾਂ ਉੱਚਾ ਚੁੱਕਣਾ ਹੈ। ਸਾਹਿਬ ਨੇ ਇੱਥੇ ਬਹੁਤ ਸੋਹਣੇ ਤਰੀਕੇ ਨਾਲ ਇਹ ਗੱਲ ਹੁੰਦੀ ਤਾਂ ਜਦੋਂ ਸੱਚ ਮਨੁੱਖੀ ਹਿਰਦਿਆਂ 'ਚੋਂ ਨਿਕਲ ਜਾਂਦਾ ਹੈ ਅਤੇ ਮਨੁੱਖ ਜ਼ਿੰਦਗੀ ਦੇ ਅਸਲੀ ਤਾਲ ਤੋਂ ਖੁੰਝ ਜਾਂਦਾ ਹੈ। ਸੱਚ ਦਾ ਕਾਲ ਪੈ ਗਿਆ। ਹੁਣ ਕੱਪੜੇ ਦਾ ਕਾਲ ਪਿਆ, ਅਨਾਜ ਦਾ ਕਾਲ ਪਿਆ, ਅਤੇ ਇੱਕ ਦੂਜਾ ਇਲਾਕਾ ਦੂਜੇ ਦੀ ਹੈਲਪ ਕਰ ਦੂ। ਇੱਥੇ ਪਿਆ ਹੀ ਕਾਲ ਸੱਚ ਦਾ ਹੈ। ਸੱਚ ਕਾਲ ਕੂੜ ਵਰਤਿਆ, ਕੱਲ ਕਾਲਖ ਬੇਤਾਲ। ਅਤੇ ਪਾਤਸ਼ਾਹ ਕਹਿੰਦੇ ਬੀਓ ਬੀਜ, ਬੀਓ ਬੀਜ। ਬੀਓ ਦਾ ਅਰਥ ਕੀ ਹੈ? ਪਰਮਾਤਮਾ ਦੇ ਨਾਮ ਦਾ ਬੀਜ। ਬੀਓ ਬੀਜ, ਜਿਨ੍ਹਾਂ ਨੇ ਆਪਣੇ ਹਿਰਦੇ 'ਚ ਪਰਮਾਤਮਾ ਦੇ ਨਾਮ ਦਾ ਬੀਜ ਬੀਜਿਆ। ਜਿਵੇਂ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ, ਅਮਲ ਕਰ ਧਰਤੀ ਬੀਜ ਸ਼ਬਦੋ ਕਰ। ਜਿਹਨੇ ਆਪਣੇ ਅੰਦਰ ਸੱਚ ਦਾ ਬੀਜ ਬੀਜਿਆ। ਬੀਓ ਬੀਜ ਪੱਤ ਲੈ ਗਏ, ਜਿਨ੍ਹਾਂ ਨੇ ਆਪਣੇ ਅੰਦਰ ਸੱਚ ਦਾ ਨਾਮ ਦਾ ਬੀਜ ਬੀਜਿਆ, ਪੱਤ ਲੈ ਗਏ। ਪੱਤ ਦਾ ਅਰਥ ਹੈ ਇੱਜ਼ਤ। ਲੈ ਗਏ, ਕਿੱਥੇ ਦਾ ਅਰਥ? ਲੈ ਕਿੱਥੇ ਗਏ? ਭਾਵ ਅਗਲੇ ਜਦੋਂ ਦੁਨੀਆ ਤੋਂ ਚੜ੍ਹਾਈ ਕੀਤੀ, ਉਹ ਨਾਲ ਲੈ ਕੇ ਭਾਵੇਂ ਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਇੱਜ਼ਤ ਨਾਲ ਸੰਸਾਰ 'ਤੇ ਰਹਿੰਦੇ ਆ, ਜਿਨ੍ਹਾਂ ਨੇ ਆਪਣੇ ਅੰਦਰ ਸੱਚ ਦਾ ਬੀਜ ਬੀਜਿਆ। ਉੱਤੇ ਕਾਲ ਕਹਿ ਦਿੱਤਾ, ਥੱਲੇ ਕਹਿ ਦਿੱਤਾ ਬੀਓ ਬੀਜ ਪੱਤ ਲੈ ਗਏ। ਜਿਨ੍ਹਾਂ ਨੇ ਆਪਣੇ ਅੰਦਰ ਸੱਚ ਦਾ ਬੀਜ ਬੀਜਿਆ, ਉਹ ਇੱਜ਼ਤ ਨਾਲ ਸੰਸਾਰ 'ਤੇ ਰਹਿੰਦੇ ਆ। ਕਿਉਂਕਿ ਤਿੰਨ ਮੱਤ, ਤਿੰਨ ਪੱਤ, ਤਿੰਨ ਧਨ ਪੱਲੇ, ਜਿਨ ਹਿਰਦੇ ਰਿਹਾ ਸਮਾਏ। ਉਹਨਾਂ ਦੀ ਮੱਤ, ਉਹਨਾਂ ਦੀ ਪੱਤ, ਉਹਨਾਂ ਦੀ ਇੱਜ਼ਤ ਬਰਕਰਾਰ ਹੈ, ਜਿਨ੍ਹਾਂ ਦੇ ਹਿਰਦੇ 'ਚ ਸੱਚ ਟਿਕਿਆ ਹੋਇਆ ਹੈ। ਬੀਓ ਬੀਜ ਪੱਤ ਲੈ ਗਏ। ਅਤੇ ਗੁਰਦੇਵ ਜੀ ਕਹਿੰਦੇ ਨੇ ਅਬ ਕਿਉਂ ਉਗਵੈ ਦਾਲ। ਹੁਣ ਦਾਲ ਥੋੜ੍ਹਾ ਉਗ ਸਕਦੀ ਹੈ। ਤੁਸੀਂ ਚਣੇ ਦੇ 2 ਟੋਟੇ ਕਰ ਦਿਓ ਅਤੇ ਖਾਧੀ ਜਾ ਸਕਦੀ ਹੈ, ਪਰ ਤੁਸੀਂ ਉਸੇ ਚਣੇ ਨੂੰ ਸਾਬਤ ਰੱਖ ਕੇ ਜ਼ਮੀਨ 'ਚ ਬੀਜੋ ਤਾਂ ਕਈ ਚਣੇ ਪੈਦਾ ਕਰਨ ਦੀ ਤਾਕਤ ਰੱਖਦਾ ਹੈ। ਹੁਣ ਇੱਦਾਂ ਹੀ ਜਿਵੇਂ ਚਣੇ ਦੇ 2 ਟੋਟੇ ਹੋ ਗਏ ਨੇ, ਮਨੁੱਖ ਦੇ ਮਨ ਦੇ ਵੀ 2 ਹਿੱਸੇ ਹੋ ਗਏ ਨੇ। ਅੱਧਾ ਮਨ ਕੋਈ ਹੋਰ ਕੰਮ ਕਰ ਰਿਹਾ, ਇਹਨੂੰ ਕਹਿੰਦੇ ਨੇ ਡਬਲ ਮਾਈਂਡਡ, ਦੁਬਦਾ। ਸਵੇਰੇ ਗੁਰਦੁਆਰੇ ਜਾ ਰਿਹਾ, ਸ਼ਾਮ ਨੂੰ ਮੰਦਰ ਜਾ ਰਿਹਾ, ਸਵੇਰੇ ਗੁਰਦੁਆਰੇ ਜਾ ਰਿਹਾ, ਸ਼ਾਮ ਨੂੰ ਕਿਸੇ ਬਾਬੇ ਦੇ ਪੈਰਾਂ 'ਤੇ ਮੱਥਾ ਟੇਕ ਰਿਹਾ, ਸਵੇਰੇ ਗੁਰਦੁਆਰੇ ਜਾ ਰਿਹਾ, ਸ਼ਾਮ ਨੂੰ ਕਿਸੇ ਮੱਠੀ 'ਤੇ ਦੀਵਾ ਜਗਾ ਰਿਹਾ। ਡਬਲ ਮਾਈਂਡਡ, ਦੁਬਦਾ। ਅਬ ਕਿਉਂ ਉਗਵੇ ਦਾਲ। ਹੁਣ ਗੱਲ ਇੱਥੇ ਦਾਲ ਦੀ ਥੋੜ੍ਹਾ ਕਰ ਰਿਹਾ, ਗੱਲ ਤਾਂ ਮਨੁੱਖੀ ਮਨ ਦੀ ਕਰ। ਹੁਣ ਇਹ ਤੋਂ ਵੱਡੇ ਵਧੀਆ ਟੀਚਰ ਕੋਈ ਹੋ ਸਕਦਾ? ਇੱਕ ਆਮ ਬੰਦੇ ਨੂੰ ਸਮਝਾਤਾ ਵੀ ਦਾਲ ਉਗਦੀ ਹੈ, ਕਹਿੰਦਾ ਨਹੀਂ, ਕਹਿੰਦੇ ਇੱਦਾਂ ਹੀ ਤੇਰਾ ਮਨ ਦੁਬਦਾ ਦਾ ਸ਼ਿਕਾਰ ਹੋਇਆ ਪਿਆ, ਡਬਲ ਮਾਈਂਡਡ ਹੋਇਆ ਪਿਆ। ਅੱਜ ਬੰਦਾ ਡਬਲ ਮਾਈਂਡਡ ਹੈ, ਅੱਧ ਵਿੱਚ ਖਲੋਤਾ ਹੈ। ਗੁਰੂ ਰਾਮਦਾਸ ਜੀ ਕਹਿੰਦੇ ਨੇ ਅੱਧ ਵਿੱਚ ਫਿਰੇ ਮਨ ਮੁੱਖ ਵਿਚਾਰਾ, ਗੱਲੀ ਕਿਉਂ ਸੁਖ ਪਾਵੇ। ਸਾਹਿਬ ਨੇ ਕਿਹਾ ਅੱਧ ਵਿੱਚ
ਅੱਧ ਦਾ ਅਰਥ ਪਤਾ ਕੀ ਹੁੰਦਾ? ਬੰਦਾ ਚਰਸਤੇ 'ਚ ਖਲੋਤਾ, ਨਾ ਇੱਧਰ ਹੈ ਨਾ ਇੱਧਰ ਹੈ। ਹੁਣ ਕਈ ਵਾਰੀ ਤੁਸੀਂ ਵੇਖਿਆ ਨਾ, ਆਪਾਂ ਤੁਰੇ ਜਾਂਦੇ ਹਾਂ, ਸਾਡੇ ਤੁਸੀਂ ਗੱਡੀ 'ਤੇ ਜਾ ਰਹੇ ਜੇ, ਤੁਸੀਂ ਬਾਈਕ 'ਤੇ ਜਾ ਰਹੇ ਜੇ, ਤੁਸੀਂ ਪੈਦਲ ਤੁਰੇ ਜਾ ਰਹੇ ਜੇ। ਕਈ ਵਾਰੀ ਐਸਾ ਨਹੀਂ ਹੁੰਦਾ ਵੀ ਆਪਾਂ ਇਹਨੂੰ ਹੋਣ ਲੱਗਦੇ ਹਾਂ ਅਤੇ ਬੰਦਾ ਇਹਨੂੰ ਹੋ ਜਾਂਦਾ, ਆਪਾਂ ਇਹਨੂੰ ਹੋਣ ਲੱਗਦੇ ਹਾਂ ਅਤੇ ਬੰਦਾ ਇਹਨੂੰ ਹੋ ਜਾਂਦਾ, ਅਤੇ ਆਪਾਂ ਡਬਲ ਮਾਈਂਡਡ ਹੋ ਜਾਂਦੇ ਹਾਂ। ਤਾਂ ਹੀ ਸਿਆਣਿਆਂ ਦੇ ਜੋ ਰੋਡ ਪਾਰ ਕਰਨਾ, ਵੈਸੇ ਬਾਹਰ ਤਾਂ ਬਹੁਤ ਸੋਹਣੀਆਂ ਉੱਥੇ ਹਦਾਇਤਾਂ ਦਿੱਤੀਆਂ ਹੋਈਆਂ ਨੇ ਕਿ ਰੋਡ ਪਾਰ ਕਰਨ ਵਕਤ ਵੀ ਸਪੈਸ਼ਲ ਉੱਥੇ ਜਗ੍ਹਾ ਬਣੀ ਹੋਈ ਹੈ ਵੀ ਤੁਹਾਡੀ ਰੈੱਡ ਬੱਤੀ ਹੋਏਗੀ ਫਿਰ ਤੁਸੀਂ ਰੋਡ ਪਾਰ ਕਰ ਸਕਦੇ ਹੋ। ਉੱਥੇ ਪਤਾ ਹੈ, ਨਿਯਮ ਬਣਿਆ ਹੈ ਕਿ ਸਾਰਾ ਕੁਝ ਇੱਥੇ ਵੀ ਹੈ, ਪਰ ਇੱਥੇ ਕਈ ਵਾਰੀ ਬੰਦੇ ਰੋਡ ਭੱਜ ਕੇ ਪਾਰ ਕਰਦੇ ਆ। ਜਦੋਂ ਭੱਜ ਕੇ ਦੌੜ ਕੇ ਰੋਡ ਪਾਰ ਕਰਦੇ ਆ ਤਾਂ ਕਈ ਵਾਰੀ ਗੱਡੀ ਉੱਤੇ ਆਣ ਚੜ੍ਹਦੀ ਹੈ, ਫਿਰ ਉਹ ਡਬਲ ਮਾਈਂਡਡ ਹੋ ਜਾਂਦਾ ਡਰਾਈਵਰ, ਕਈ ਵਾਰੀ ਉੱਤੇ ਆਣ ਕੇ ਗੱਡੀ ਚੜ੍ਹਾ ਦਿੰਦਾ ਹੈ। ਤੋ ਇਹਨਾਂ ਗੱਲਾਂ ਦੀ ਸਾਨੂੰ ਸਮਝ ਆਉਣੀ ਬਹੁਤ ਜ਼ਰੂਰੀ ਹੈ ਸਾਧ ਸੰਗਤ। ਜਿਹੜੀ ਗੱਲ ਗੁਰਦੇਵ ਪਿਤਾ ਮਹਾਰਾਜ ਇੱਥੇ ਸਾਨੂੰ ਸਮਝਾ ਰਹੇ ਨੇ, ਅੱਜ ਬੰਦਾ ਡਬਲ ਮਾਈਂਡਡ ਹੈ, ਦੁਬਿਧਾ ਦਾ ਸ਼ਿਕਾਰ ਹੈ। ਇਸੇ ਦੁਬਿਧਾ ਕਰਕੇ ਅੱਜ ਸੰਸਾਰ 'ਤੇ ਤਾਂ ਕਿਸੇ ਨੂੰ ਦੁਬਿਧਾ ਨਾ ਪੜ੍ਹੋ, ਹਰਬੇ ਨੂੰ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਦੁਬਿਧਾ ਵਿੱਚੋਂ ਹੀ ਤਾਂ ਸਭ ਕੁਝ ਨਿਕਲਿਆ, ਡਬਲ ਮਾਈਂਡਡ ਦੁਬਿਧਾ ਵਿੱਚੋਂ ਹੀ ਤਾਂ ਇੰਨੇ ਡੇਰਿਆਂ ਨੇ ਜਨਮ ਲਿਆ। ਜੇ ਸਾਡੇ ਅੰਦਰ ਸਾਡਾ ਮਨ ਸਾਬਤ ਹੁੰਦਾ ਤਾਂ ਫਿਰ ਪਿੰਡ ਦੇ ਗੁਰਦੁਆਰੇ ਵਿੱਚ ਮਹਾਰਾਜ ਦਾ ਪ੍ਰਕਾਸ਼ ਕੀਤਾ, ਘਰ ਪੋਥੀਆਂ ਰੱਖ ਕੇ ਬਾਣੀ ਨਾ ਪੜ੍ਹਦੇ, ਫਿਰ ਪਿੰਡੋਂ ਟਰਾਲੀ ਬੱਸ ਭਰ ਕੇ ਡੇਰੇ ਦੀਆਂ ਪਰਿਕਰਮਾ ਕਰਨ ਕਿਉਂ ਜਾਂਦੇ ਅਸੀਂ? ਅੱਗੇ ਬਾਬਾ ਵੀ ਕਿਉਂ ਡਿੱਗਦਾ? ਫਿਰ ਜਾਂਦੇ ਤੇ ਤੁਸੀਂ ਐਂ ਕਰਿਆ ਕਰੋ, ਥੋੜ੍ਹੇ ਥੋੜ੍ਹੇ ਆ ਜਾ ਕਰੋ, ਦਰਸ਼ਨ ਮੇਲੇ ਕਰ ਜਾ ਕਰੋ ਆਣ ਕੇ। ਅਗਲੇ ਆਪਣੇ ਡੇਰੇ ਦੀਆਂ ਚੌਂਕੀਆਂ ਨਹੀਂ ਭਰਵਾ ਰਹੇ। ਉਹਨਾਂ ਨੂੰ ਪਤਾ ਵੀ ਇਹ ਪਿੰਡ ਦੇ ਗੁਰਦੁਆਰੇ ਦੇ ਪ੍ਰਕਾਸ਼ ਕਰਨ ਭਾਵੇਂ ਜਾਣ ਨਾ ਜਾਣ, ਉੱਥੇ ਤਾਂ ਸੇਵਾ ਸੰਭਾਲ ਗ੍ਰੰਥੀ ਨਾ ਕਰਾਉਣ, ਸਪੈਸ਼ਲ ਸਾਡੇ ਪ੍ਰਕਰਮਾ ਕਰਨ ਆਉਣਗੇ। ਤਾਂ ਫਿਰ ਗੱਲ ਨੂੰ ਧਿਆਨ ਰੱਖਣਾ, ਜਿਹੜੀ ਗੱਲ ਜਦੋਂ ਗੱਲ ਗੁਰਦੇਵ ਜੀ ਨੇ ਕਹਿ ਦਿੱਤੀ ਕਿ ਜੇ ਇੱਕ ਹੋਏ ਤਾਂ ਉਗਵੇ, ਬੀਓ ਬੀਜ ਪੱਤ ਲੈ ਗਏ, ਅਬ ਕਿਉਂ ਉਗਵੇ ਦਾਲ। ਜਿਵੇਂ ਚਣੇ ਦੇ 2 ਟੋਟੇ ਹੋ ਗਏ ਨੇ, ਹੁਣ ਕਿੱਦਾਂ ਉੱਗੇਗਾ ਬਈ? ਇੱਦਾਂ ਮਨ ਦੇ 2 ਟੋਟੇ ਹੋਏ ਨੇ। ਬੰਦਾ ਤੁਰਿਆ ਜਾ ਰਿਹਾ, ਤੁਹਾਡੇ ਗਾੜੀ ਕੋਈ ਬੰਦਾ ਆ ਜਾਂਦਾ, ਤੁਸੀਂ ਐਨ ਹੁੰਦੇ ਹੋ, ਤੁਹਾਡੇ ਗਾੜੀ ਐਨ ਹੋ ਜਾਂਦਾ ਹੈ। ਤੁਸੀਂ ਹਾਰ ਕੇ ਖਲੋ ਕੇ ਉਹਨੂੰ ਕਹਿੰਦੇ ਭਰਾਵਾ ਜਾਂ ਇੱਧਰ ਹੋ ਜਾ, ਮੈਨੂੰ ਲੰਘ ਲੈਣ ਦੇ। ਮਹਾਰਾਜ ਇਹ ਥੋੜ੍ਹਾ ਕਹਿੰਦੇ ਵੀ ਤੂੰ ਐਸ ਬੰਨੇ ਹੀ ਹੋਣਾ ਹੈ। ਇਹੋ ਗੱਲ ਭਾਈ ਮੰਝ ਨੂੰ ਕਹੀ ਸੀ ਵੀ ਇੱਕ ਬੰਨੇ ਲੱਗ ਜਾ, ਸਿੱਖੀ ਉੱਤੇ ਸਿੱਖੀ ਨਹੀਂ ਟੇਕਦੀ। ਉਹਨੂੰ ਸਮਝ ਆ ਗਈ। ਇਹੋ ਗੱਲ ਹੀ ਸ਼ਾਇਦ ਬਾਬੇ ਲਹਿਣੇ ਨੂੰ ਸਮਝ ਆ ਗਈ ਵੀ ਇੱਕ ਬੰਨੇ ਹੋ ਜਾ, ਜਾਂ ਵੈਸ਼ਨੂ ਦੇਵੀ ਵਾਲੇ ਬੰਨੇ ਹੋ ਜਾ, ਜਾਂ ਇੱਧਰ ਹੋ ਜਾ। ਉਹ ਇੱਕ ਬੰਨੇ ਹੋ ਗਿਆ। ਅਸੀਂ ਸਾਖੀਆਂ ਵੀ ਸੁਣੀ ਜਾਂਦੇ ਹਾਂ ਬਾਬੇ ਲਹਿਣੇ ਦੀਆਂ, ਭਾਈ ਮੰਝ ਵਾਲੀਆਂ, ਪਰ ਅਜੇ ਤੱਕ ਅਸੀਂ ਦੋਵੇਂ ਬੰਨੇ ਤੁਰੇ ਫਿਰਦੇ ਹਾਂ। ਕਈ ਤਾਂ ਮਾਣ ਨਾਲ ਕਹਿੰਦੇ ਜਾਂਦੇ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੰਨਦੇ ਹਾਂ, ਮਹਾਂਪੁਰਖਾਂ ਨੂੰ ਵੀ ਮੰਨਦੇ ਹਾਂ। ਉਹਨਾਂ ਕੋਲ ਵੀ ਬਚਨ ਕਰਾਉਣਾ ਚਾਹੀਦਾ। ਡਬਲ ਮਾਈਂਡਡ ਹੈ, ਮਾਫ਼ ਕਰਨਾ, ਗੁੱਸਾ ਨਾ ਮਨਾਇਓ, ਹਕੀਕਤ ਹੈ। ਸਾਧਾਂ ਦੀਆਂ ਪ੍ਰਕਰਮਾਂ ਕਰਨ ਵਾਲਿਆਂ ਦੀ ਮਨ ਦਾਲ ਬਣ ਚੁੱਕਿਆ, ਅਤੇ ਦਾਲ ਕਦੀ ਉਗਦੀ ਨਹੀਂ ਹੁੰਦੀ। ਕਿਉਂਕਿ ਉਹ ਕਿਉਂ ਨਹੀਂ ਉਗਦੀ, ਮੈਂ ਦੱਸਣ ਲੱਗਾ। ਮੰਨ ਲਓ ਅੱਜ ਤੁਸੀਂ ਬਾਬੇ ਨੂੰ ਮੰਨਦੇ ਜੇ, ਤੁਹਾਡੇ ਹੁੰਦਿਆਂ ਬਾਬਾ ਮਰ ਗਿਆ, ਮੁੜ ਕੇ ਦੂਜਾ ਬਾਬਾ ਆਣ ਕੇ ਬਹਿ ਜਾਣਾ, ਤੁਸੀਂ ਫੇਰ ਬਾਬਾ ਲੱਭਦੇ ਫਿਰਨਾ। ਜ਼ਿੰਦਗੀ 'ਚ ਕਈ ਬੰਦੇ ਸਾਰੀ ਜ਼ਿੰਦਗੀ ਦੇਹਧਾਰੀ ਗੁਰੂ ਲੱਭਦੇ ਰਹਿੰਦੇ ਆ। ਸਾਨੂੰ ਪਾਤਸ਼ਾਹ ਨੇ ਸ਼ਬਦ ਗੁਰੂ ਉਸ ਦੇ ਲੜ ਲਾਇਆ ਜਿਹੜਾ ਸਾਨੂੰ ਲੱਭਣ ਦੀ ਲੋੜ ਹੀ ਨਹੀਂ। ਦਾਦੇ ਵੇਲੇ ਵੀ ਉਹ ਸੀ, ਪੜਦਾਦੇ ਵੇਲੇ ਵੀ ਉਹ ਸੀ, ਪਿਤਾ ਵੇਲੇ ਵੀ। ਇੰਝ ਸਮਝੋ ਵੀ ਭਾਈ ਤਾਰੂ ਸਿੰਘ ਵੇਲੇ ਵੀ ਉਹ ਸੀ, ਬਾਬਾ ਬੰਦਾ ਸਿੰਘ ਬਹਾਦਰ ਵੇਲੇ ਵੀ ਉਹ ਸੀ, ਅਤੇ ਅੱਜ ਵੀ ਸਾਡੇ ਕੋਲ ਉਹ ਹੀ। ਸਾਨੂੰ ਨਵਾਂ ਲੱਭਣ ਦੀ ਲੋੜ ਹੀ ਨਹੀਂ, ਉਹਨਾਂ ਨੂੰ ਲੱਭਣ ਦੀ ਲੋੜ ਪੈਂਦੀ ਆ। ਉਹ ਫਿਰ ਸਭ ਤੋਂ ਵੱਧ ਉਦਾਸ ਪਤਾ ਕਿਉਂ ਹੁੰਦੇ ਆ? ਜਦੋਂ ਹੋਣ ਵਾਲਾ ਬਾਬਾ ਤਾਂ ਵਧੀਆ, ਜਦੋਂ ਅਗਲਾ ਬਾਬਾ ਆਇਆ ਉਹਨੇ ਲੀਡਰਾਂ ਦੀਆਂ ਚਪਲਾਂ ਚੱਟਣੀਆਂ, ਫਿਰ ਕਹਿਣਾ ਪਹਿਲੇ ਬੜਾ ਠੀਕ ਸੀ, ਆਹ ਮਾੜਾ ਹੈ। ਫਿਰ ਨਾਰਾਜ਼ ਹੋ ਕੇ ਘਰ ਬਹਿ ਜਾਂਦੇ ਆ। ਅਤੇ ਪਹਿਲਾਂ ਬਾਣੀ ਦੀਆਂ ਪੋਥੀਆਂ ਰੱਖ ਲਓ, ਪਹਿਲਾਂ ਗੁਰੂ ਦੀ ਬਾਣੀ ਵਾਲੇ ਬੰਨੇ ਤੁਰ ਪਓ, ਨਾ ਪਾਸੇ ਕਿਤੇ ਜਾਣ ਦੀ ਲੋੜ ਹੀ ਨਾ ਪਵੇ। ਬਾਣੀ ਨੂੰ ਖੁਦ ਸਮਝੋ, ਆਪ ਸਟੱਡੀ ਕਰੋ। ਤਾਂ ਪਾਤਸ਼ਾਹ ਇੱਥੇ ਕਹਿੰਦੇ ਨੇ ਬੀਓ ਬੀਜ ਪੱਤ ਲੈ ਗਏ, ਅਬ ਕਿਉਂ ਉਗਵੇ ਦਾਲ ਨਹੀਂ। ਇੱਦਾਂ ਹੀ ਜਿਵੇਂ ਦਾਲ ਨਹੀਂ ਉੱਗੇਗੀ, ਇੱਦਾਂ ਮਨ ਸਾਡਾ 2 ਹਿੱਸੇ ਹੋਇਆ ਪਿਆ। ਸਾਹਿਬ ਜੀ ਕਹਿੰਦੇ ਜੇ ਇੱਕ ਹੋਏ ਤਾਂ ਉਗਵੇ, ਸਾਬਤ ਬੀਜ ਹੋਏਗਾ ਤੇ ਉੱਗੇਗਾ। ਜੇ ਇੱਕ ਹੋਏ ਤਾਂ ਉਗਵੇ, ਬੀਜ ਸਾਬਤ ਹੋਏਗਾ ਤੇ ਉੱਗੇਗਾ। ਇੱਦਾਂ ਹੀ ਮਨ ਜਦੋਂ ਸਾਬਤ ਹੋਏਗਾ, ਇਸੇ ਨੂੰ ਆਖਿਆ ਸੀ ਹੋਏ ਇੱਕ ਮਨ। ਅੱਜ ਮਨ ਇੱਕ ਨਹੀਂ ਹੈਗਾ, ਅੱਜ ਮਨ 2 ਬਣੇ ਪਏ ਨੇ। ਹੋਏ ਇੱਕ ਮਨ, ਅਲੱਖ ਧਿਆਈ ਹੈ। ਬਾਣੀ 'ਚ ਥਾਂ 'ਤੇ ਨਹੀਂ ਆਖਿਆ ਇੱਕ ਮਨ। ਅੱਜ ਮਨ ਇੱਕ ਨਹੀਂ ਹੈ, ਮਨ ਦੇ ਕਈ ਰੂਪ ਹੋਏ ਪਏ ਨੇ। ਜੇ ਇੱਕ ਹੋਏ ਤਾਂ ਉਗਵੇ। ਜਦੋਂ ਬੀਜ ਇੱਕ ਹੁੰਦਾ ਹੈ ਤਾਂ ਫਿਰ ਉੱਗਦਾ ਹੈ। ਰੁੱਤੀ ਹੂੰ ਰੁੱਤ ਹੋਏ, ਨਾਲ ਰੁੱਤ ਵੀ ਕਮਾਲ ਦੀ ਹੋਵੇ। ਇੱਦਾਂ ਭਾਈ ਆਪਣਾ ਮਨ ਇੱਕ ਕਰ, ਇੱਕ ਮਨ ਹੋ ਕੇ, ਇੱਕ ਸੁਚੇਤ ਹੋ ਕੇ। ਤਰ ਜਿਅਰੇ ਇੱਕ ਟੇਕ ਤੂੰ, ਲਹਾ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ ਨਾਨਕ
ਸਿਮਰਤ ਏਕ। ਉਹ ਇੱਕ ਸ਼ਬਦ ਪਤਾ ਕਿਉਂ ਵਰਤਿਆ ਸੀ ਕਿ ਤੂੰ ਅੰਦਰੋਂ ਬਾਹਰੋਂ ਇੱਕ ਹੋ ਜਾਏ। ਅੱਜ ਇੱਕ ਨਹੀਂ ਹੈਗਾ, ਮਨ 'ਚ ਕੁਝ ਹੋਰ ਹੈ, ਜ਼ੁਬਾਨ 'ਤੇ ਕੁਝ ਹੋਰ ਹੈ, ਕਰਮਾਂ 'ਚ ਕੁਝ ਹੋਰ ਹੈ। ਤਿੰਨੇ ਚੀਜ਼ਾਂ ਰਲ ਨਹੀਂ ਰਹੀਆਂ। ਬਾਣੀ ਲਿਖਿਆ ਮਨ, ਬਚਨ ਅਤੇ ਕਰਮ। ਇਹ ਕਿਉਂ ਸ਼ਬਦ ਵਰਤੇ ਸੀ? ਤੁਸੀਂ ਵੇਖਿਆ ਕਈ ਵਾਰੀ ਜਦੋਂ ਨਵਾਂ ਖੇਤਾਂ 'ਚ ਆਪਾਂ ਜਦੋਂ ਬੋਰ ਕਰਾਉਂਦੇ ਹਾਂ, ਮੋਟਰਾਂ ਦੇ ਗੇੜੇ ਰਲਣੇ ਜ਼ਰੂਰੀ ਆ। ਗੇੜੇ ਨਾਲ ਰਲਣ ਧਰਤੀ 'ਚੋਂ ਪਾਣੀ ਬਾਹਰ ਨਹੀਂ ਆਉਂਦਾ। ਜਿਹੜੇ ਇੰਜਣ ਬੰਨ੍ਹਦੇ ਉਹਨਾਂ ਨੂੰ ਨੌਲੇਜ ਆ, ਉਹਨਾਂ ਨੂੰ ਪਤਾ ਵੀ ਗੇੜੇ ਰਲਣੇ ਜ਼ਰੂਰੀ ਹੈ। ਇੱਦਾਂ ਹੀ ਅੱਜ ਮਨ ਦੇ ਜ਼ੁਬਾਨ ਨਾਲ, ਜ਼ੁਬਾਨ ਦੇ ਕਰਮਾਂ ਨਾਲ ਗੇੜੇ ਨਹੀਂ ਰਲ ਰਹੇ। ਗੇੜਿਆਂ 'ਚ ਫਰਕ ਪਿਆ ਹੋਇਆ। ਤਾਂ ਪਾਤਸ਼ਾਹ ਇੱਥੇ ਗੱਲ ਸਮਝਾਉਂਦੇ ਨੇ, ਜੇ ਇੱਕ ਹੋਏ ਤਾਂ ਉਗਵੈ। ਅੱਜ ਮਨ ਇੱਕ ਨਹੀਂ ਹੈਗਾ, ਦਾਲ ਬਣਿਆ ਪਿਆ। ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂੰ ਰੁੱਤ ਹੋਏ, ਨਾਨਕ ਪਾਹੇ ਬਾਹਰਾ। ਹੁਣ ਇੱਥੋਂ ਤੱਕ ਗੱਲ ਸੀ ਕਰਸਾਨੀ ਕਿੱਤੇ ਨਾਲ ਸੰਬੰਧ ਰੱਖਣ ਵਾਲੀ। ਹੁਣ ਅੱਗੇ ਗੱਲ ਫਿਰ ਲਲਾਰੀ ਨਾਲ ਆ ਗਈ ਸੰਬੰਧ ਰੱਖਣ ਵਾਲੀ। ਨਾਨਕ ਪਾਹੇ ਬਾਹਰਾ। ਜਦੋਂ ਕੱਪੜੇ ਨੂੰ ਰੰਗ ਚਾੜਿਆ ਜਾਂਦਾ ਨਾ, ਸਭ ਤੋਂ ਪਹਿਲਾਂ ਕੱਪੜੇ ਨੂੰ ਪਾਹ ਦਿੱਤੀ ਜਾਂਦੀ ਹੈ। ਜਿਹੜੇ ਲਲਾਰੀ ਆ ਉਹਨਾਂ ਨੂੰ ਇਹਨਾਂ ਗੱਲਾਂ ਦੀ ਨੌਲੇਜ ਆ, ਕਿਉਂਕਿ ਉਹ ਰੋਜ਼ ਕੰਮ ਕਰਦੇ ਆ। ਪਾਣੀ ਨੂੰ ਅੱਤ ਦਾ ਗਰਮ ਕਰਕੇ ਉਹਦੇ ਵਿੱਚ ਫਿਰ ਸੋਡਾ ਪਾ ਕੇ ਉਹ 'ਚ ਜਿਹੜਾ ਕੱਪੜਾ ਉਹਦੇ ਰੇਸ਼ਿਆਂ 'ਚੋਂ ਮੈਲ ਕੱਢੀ ਜਾਂਦੀ, ਚੰਗੀ ਤਰ੍ਹਾਂ ਉਹਨੂੰ ਸਾਫ਼ ਕੀਤਾ ਜਾਂਦਾ। ਉਹ ਜੋ ਵੀ ਪੁਰਾਣਾ ਸਮਾਂ ਹੁੰਦਾ ਸੀ, ਜਦੋਂ ਉਹਨੂੰ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਜਿੱਦਾਂ ਲਿਖਿਆ ਵੀ ਜਦੋਂ ਉਹਦੇ 'ਚੋਂ ਸੋਡਾ ਪਾ ਕੇ ਉਹਦੀਆਂ ਤੰਦਾਂ 'ਚੋਂ ਮੈਲ ਕੱਢੀ ਜਾਂਦੀ ਸੀ, ਗਰਮ ਪਾਣੀ ਕਰਕੇ ਉਹਨੂੰ ਪਾ ਦੇਣੀ। ਫਿਰ ਉਹ 'ਚੋਂ ਉਹਨੂੰ ਕੱਢ ਕੇ ਫਿਰ ਦੁਬਾਰਾ ਫੜਕੜੀ ਵਾਲੇ ਪਾਣੀ 'ਚ ਪਾਉਣਾ ਉਹਨੂੰ, ਤਾਂ ਕਿ ਉਹਦੇ ਰੇਸ਼ਿਆਂ ਵਿੱਚ ਜੇ ਮਾੜੀ ਮੋਟ ਕੋਈ ਚੀਜ਼ ਫਸੀ ਹੈ ਨਿਕਲ ਜੇ, ਤਾਂ ਕਿ ਰੰਗ ਚੰਗੀ ਤਰ੍ਹਾਂ ਉਹ ਪਕੜ ਲਵੇ ਰੇਸ਼ੇ, ਤਾਂ ਕਿ ਧਾਗਿਆਂ 'ਤੇ ਰੰਗ ਚੰਗੀ ਤਰ੍ਹਾਂ ਚੜ੍ਹ ਸਕੇ। ਉਦਾਹਰਨ ਦਿੱਤੀ ਦੁਨਿਆਵੀ ਲਲਾਰੀ ਦੀ। ਖੁੰਬ ਚਾੜਨਾ, ਫਿਰ ਪਾਹ ਦੇਣੀ, ਫਿਰ ਜਾ ਕੇ ਰੰਗ ਫੜੇਗਾ। ਇੱਦਾਂ ਹੀ ਮਨ ਕੋਰਾ ਹੈ ਜੀ। ਕੋਰੇ ਮਨ ਦੇ ਉੱਤੇ ਰੰਗ ਨਹੀਂ ਚੜ੍ਹਨਾ। ਪੂਰਾ ਨਕਸ਼ਾ ਖਿੱਚ ਦਿੱਤਾ ਲਲਾਰੀ ਦੀ ਦੁਕਾਨ ਦਾ। ਪਾਤਸ਼ਾਹ ਕਹਿੰਦੇ ਨੇ ਨਾਨਕ ਪਾਹੇ ਬਾਹਰਾ। ਹੇ ਨਾਨਕ, ਪਾਹ ਤੋਂ ਬਿਨਾਂ ਕੋਰੇ ਰੰਗ ਨਾ ਸੋਏ। ਕੋਰੇ ਕੱਪੜੇ 'ਤੇ ਕਿੱਦਾਂ ਰੰਗ ਚੜ੍ਹ ਜਾਏਗਾ? ਮਹਾਰਾਜ ਤੁਸੀਂ ਕੱਪੜੇ ਦੀ ਗੱਲ ਕਰ ਰਹੇ ਹੋ। ਕਹਿੰਦੇ ਨਹੀਂ, ਅਗਲੀ ਗੱਲ ਸੁਣੋ। ਹੁਣ ਗੱਲ ਨਾਨਕ ਭਗਤੀ ਜੇ ਰਪਿਆ ਨਾ, ਮਨ ਨੂੰ ਭਗਤੀ ਵਿੱਚ ਰੰਗਣਾ, ਅਤੇ ਆਹ ਪ੍ਰੋਸੀਜਰ, ਆਹ ਤਰੀਕਾ ਅਪਣਾਉਣਾ ਪਵੇਗਾ। ਇਸ ਤਰੀਕੇ ਨਾਲ ਸਾਨੂੰ ਕੰਮ ਕਰਨਾ ਪਵੇਗਾ। ਤਾਂ ਪਾਤਸ਼ਾਹ ਕਹਿੰਦੇ ਨੇ ਨਾਨਕ ਪਾਹੇ ਬਾਹਰਾ। ਹੇ ਨਾਨਕ ਪਾਹੇ ਬਾਹਰਾ, ਕੋਰਾ ਰੰਗ ਨਾ ਸੋਏ। ਕੋਰੇ ਕੱਪੜੇ ਦੇ ਉੱਤੇ, ਭਾਵ ਕੋਰੇ ਕੱਪੜੇ ਉੱਤੇ ਕਦੀ ਰੰਗ ਨਹੀਂ ਚੜ੍ਹਦਾ। ਉਹਨੂੰ ਪਾਹ ਦੇਣੀ ਪਵੇਗੀ। ਪਹਿਲਾਂ ਗਰਮ ਪਾਣੀ ਦੇ ਵਿੱਚ ਸੋਡਾ ਪਾ ਕੇ ਉਹਨੂੰ ਉਬਾਲਣਾ ਪਵੇਗਾ, ਉਹਨੂੰ ਮਲਣਾ ਪਵੇਗਾ, ਕੁੱਟਣਾ ਪਵੇਗਾ, ਉਹ 'ਚੋਂ ਰੇਸ਼ਿਆਂ 'ਚੋਂ ਮੈਲ ਕੱਢਣ ਲਈ। ਫਿਰ ਉਹਨੂੰ ਫੜਕੜੀ ਪਾ ਕੇ ਜਿਹੜੀ ਮਾੜੀ ਮੋੜ ਕੋ ਤੰਦ ਵਿੱਚ ਮੈਲ ਛੁਪੀ ਹੈ, ਫਸੀ, ਉਹ ਕੱਢਣੀ ਪਵੇਗੀ। ਫਿਰ ਜਾ ਕੇ ਉਹ ਕੱਪੜਾ ਰੰਗ ਫੜੇਗਾ। ਪਾਹ ਲਾਉਣੀ, ਖੁੰਬ ਚਾੜ੍ਹਨੀ, ਪਾਹ ਲਾਉਣੀ। ਕਿਤੇ ਨਾਨਕ ਪਾਹੇ ਬਾਹਰਾ, ਕੋਰੇ ਰੰਗ ਨਾ ਸੋਏ। ਪਹਿਲਾਂ ਉਹਨੂੰ ਖੁੰਬ ਚਾੜ੍ਹਨੀ, ਉਹਦੇ ਵਿੱਚੋਂ ਇਹਦਾ ਫੜਕੜੀ ਪਾ ਕੇ ਉਹਨੂੰ ਖੁੰਬ ਚਾੜ੍ਹਨੀ, ਫਿਰ ਪਾਹ ਦੇਣੀ, ਅਤੇ ਫਿਰ ਜਾ ਕੇ ਉਹ ਰੰਗ ਨੂੰ ਫੜਦਾ। ਰੰਗ ਜਿਹੜਾ ਉਹ ਚੰਗੀ ਤਰ੍ਹਾਂ ਫਿਰ ਆਪਣੇ ਆਪ 'ਤੇ ਚੜ੍ਹਾ ਲੈਂਦਾ ਹੈ ਕੱਪੜਾ। ਹੁਣ ਇੱਥੇ ਗੱਲ ਮਨ ਦੀ ਹੋ ਰਹੀ ਹੈ। ਮਨ ਨੂੰ ਕਿਹੜੀ ਪਾਹ ਲਾਉਣੀ ਹੈ? ਇੱਥੇ ਉਦਾਹਰਨ ਦਿੱਤੀ, ਕਹਿੰਦੇ ਭੈ ਵਿੱਚ ਖੁੰਬ ਚੜ੍ਹਾਈ ਹੈ। ਭੈ ਵਿੱਚ ਖੁੰਬ ਚੜ੍ਹਾਈ ਹੈ। ਪਰਮਾਤਮਾ ਦੇ ਨਿਰਮਲ ਭਾਵ ਨੂੰ ਆਪਣੇ ਅੰਦਰ ਟਿਕਾਉਣਾ, ਭਾਵ ਨਿਰਮਲ ਭਾਵ ਆਪਣੀ ਜ਼ਿੰਦਗੀ 'ਚ ਲੈ ਕੇ ਆਉਣਾ, ਇਹ ਮਨੁੱਖੀ ਮਨ ਨੂੰ ਖੁੰਬ ਚਾੜ੍ਹਨਾ। ਜਿਵੇਂ ਉਹ ਫੜਕੜੀ ਪਾ ਕੇ ਜਦੋਂ ਉਹਦੇ ਵਿੱਚ ਉਹ ਮਿੱਠਾ ਸੋਡਾ ਪਾ ਕੇ ਉਬਲਦੇ ਪਾਣੀ ਦੇ ਵਿੱਚ ਕੱਪੜੇ ਨੂੰ ਪਾਉਂਦਾ, ਤਾਂ ਉਹ ਕੱਪੜੇ ਨੂੰ ਖੁੰਬ ਚਾੜ੍ਹਦਾ, ਉਹਦੇ 'ਚੋਂ ਮੈਲ ਕੱਢਦਾ। ਇੱਦਾਂ ਪਰਮਾਤਮਾ ਦੇ ਨਿਰਮਲ ਭਾਵ 'ਚ ਰਹਿ ਕੇ, ਖੁੰਬ ਚਾੜ੍ਹ ਕੇ ਆਪਣੇ ਅੰਦਰੋਂ ਮੈਲ ਬਾਹਰ ਕੱਢਣੀ ਹੈ। ਅਤੇ ਜੇ ਮਾੜੀ ਮੋੜ ਕਿਤੇ ਮੈਲ ਅੰਦਰ ਰਹਿ ਵੀ ਗਈ ਹੈ, ਹੁਣ ਸ਼ਰਮ ਪਾ। ਸ਼ਰਮ ਦਾ ਅਰਥ ਕੀ? ਮਿਹਨਤ, ਉਦਮ ਕਰ। ਸ਼ਰਮਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ ਬਹੁਤ ਅਨੂਪ। ਹੁਣ ਮਿਹਨਤ ਕਰ, ਮੁਸ਼ੱਕਤ ਕਰ। ਇੱਕ ਮਿਹਨਤ ਦੀ ਪਾਹ ਲਾਉਣੀ। ਹੁਣ ਜਿਹੜੀ ਫੜਕੜੀ ਪਾ ਕੇ ਮਾੜੀ ਮੋੜ ਵੀ ਕਿਤੇ ਮੈਲ ਰਹਿ ਗਈ ਨਾ, ਮਿਹਨਤ ਕਰ, ਮੁਸ਼ੱਕਤ ਕਰ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਫਿਰ ਐਨ ਮਨ ਸਾਫ਼ ਹੋ ਗਿਆ। ਫਿਰ ਅੱਗੇ ਪਾਤਸ਼ਾਹ ਕਹਿੰਦੇ ਨੇ ਸ਼ਰਮ ਪਾਹ ਤਨ ਹੋਏ, ਨਾਨਕ ਭਗਤੀ ਜੇ ਰਪੈ। ਹੇ ਨਾਨਕ, ਫਿਰ ਜਿਹੜਾ ਮਨ ਹੈ ਉਹ ਭਗਤੀ ਨਾਲ ਰੰਗਿਆ ਜਾਏਗਾ, ਇੱਕਮਿਕ ਹੋ ਜਾਏਗਾ। ਨਾਨਕ ਭਗਤੀ ਜੇ ਰਪੈ ਕੋਰੇ। ਕੋਰੇ ਕਿਹੜੇ ਪਿਆਰੇ ਸ਼ਬਦ ਵਰਤੇ। ਫਿਰ ਕੂੜਾ ਸੋਏ ਨਾ ਕੋਏ। ਕੂੜੇ ਦਾ ਅਰਥ ਕੀ ਆ? ਝੂਠ, ਮਾੜੇ ਖਿਆਲ, ਮਾੜੀਆਂ ਵਿਚਾਰਾਂ, ਇਹਦੀ ਖਬਰ ਸਾਡੇ ਮਨ ਤੱਕ ਨਹੀਂ ਪਹੁੰਚੇਗੀ। ਤਾਂ ਗੁਰਦੇਵ ਜੀ ਨੇ ਬਹੁਤ ਸੋਹਣੇ ਤਰੀਕੇ ਨਾਲ ਸਾਨੂੰ ਇੱਥੇ ਮਨ ਨੂੰ ਕਿੱਦਾਂ ਸੱਚ ਦਾ ਰੰਗ ਚੜ੍ਹਾਉਣਾ ਉਹ ਉਦਾਹਰਨ ਦਿੱਤੀ ਹੈ। ਮਨ ਨੂੰ ਸੱਚ ਨਾਲ ਜੋੜਨ ਦੀਆਂ ਉਦਾਹਰਨਾਂ ਦੇ ਕੇ ਸਮਝਾਇਆ, ਕਿੱਦਾਂ ਇਸ ਮਨ ਨੂੰ ਭਗਤੀ ਦੇ ਰੰਗ ਵਿੱਚ ਇੱਕਮਿਕ ਕਰਨਾ ਹੈ, ਰੰਗਣਾ ਹੈ। ਇੱਥੇ ਗੁਰਦੇਵ ਜੀ ਨੇ ਸਾਨੂੰ ਸੱਚ ਦਾ ਜਦੋਂ ਹਿਰਦੇ ਵਿੱਚੋਂ ਕਾਲ ਪੈਂਦਾ ਅਤੇ ਮਨੁੱਖ ਦੀ ਜ਼ਿੰਦਗੀ ਕਿੱਦਾਂ ਬੇਤਾਲੀ ਹੁੰਦੀ ਹੈ।
ਜਦੋਂ ਮਨੁੱਖ ਦੇ ਜੀਵਨ ਦੇ ਵਿੱਚ ਦੁਬਿਧਾ ਆਉਂਦੀ ਹੈ, ਡਬਲ ਮਾਈਂਡਡ ਹੁੰਦਾ ਹੈ, ਕਿੱਦਾਂ ਮਨੁੱਖ ਸੱਚ ਦੀ ਵਿਚਾਰ ਤੋਂ ਖੁੰਝ ਜਾਂਦਾ ਹੈ, ਕਿੱਦਾਂ ਦੁਬਿਧਾ ਦਾ ਸ਼ਿਕਾਰ ਹੋ ਕੇ ਆਪਣੀ ਜ਼ਿੰਦਗੀ ਦਾ ਆਤਮਿਕ ਸਰਮਾਇਆ ਲੁਟਾ ਬੈਠਦਾ ਹੈ। ਸਾਰੀਆਂ ਉਦਾਹਰਨ ਦੇ ਕੇ ਗੁਰਦੇਵ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਸਾਧ ਸੰਗਤ ਜੀ, ਆਪਾਂ ਬੜੇ ਪਿਆਰ ਨਾਲ ਅੱਜ 11 ਨੰਬਰ ਪੌੜੀ ਜੋ ਆਸਾ ਕੀ ਵਾਰ ਦੀ, ਉਹਦੇ ਨਾਲ ਜਿਹੜੇ 2 ਸਲੋਕ ਆਏ ਨੇ, ਉਹਨਾਂ ਵਿੱਚੋਂ ਪਹਿਲੇ ਸਲੋਕ ਦੀ ਵਿਚਾਰ ਬਹੁਤ ਪਿਆਰ ਨਾਲ ਸਾਂਝੀ ਕੀਤੀ ਹੈ। ਇਸ ਮਨ ਨੂੰ ਭਗਤੀ ਦੇ ਰੰਗ ਵਿੱਚ ਰੰਗਿਆ ਜਾਏਗਾ ਜਦੋਂ, ਫਿਰ ਇਹਦੇ ਤੱਕ ਝੂਠ ਦੀ ਖਬਰ, ਮਾੜੀ ਖਬਰ ਨਹੀਂ ਜਾਏਗੀ। ਫਿਰ ਮਾੜੀਆਂ ਗੱਲਾਂ ਸੁਣਨੀਆਂ ਹੀ ਨਹੀਂ ਉਹਨੇ, ਮਾੜਿਆਂ ਕੋਲ ਬੈਠਣਾ ਹੀ ਨਹੀਂ ਉਹਨੇ। ਫਿਰ ਜੇ ਕਿਸੇ ਮਾੜੇ ਕੋਲ ਬੈਠੇਗਾ ਤਾਂ ਉਹਨੂੰ ਚੰਗਾ ਬਣਾਉਣ ਲਈ ਬੈਠੇਗਾ, ਉਹਦਾ ਅਸਰ ਆਪਣੇ 'ਤੇ ਨਹੀਂ ਕਬੂਲੇਗਾ। ਜਿਹੜਾ ਕੂੜਾ ਸੋਏ ਨਾ ਕੋਏ ਦਾ ਅਰਥ ਕੀ, ਮਾੜਿਆਂ ਕੋਲ ਬਹਿ ਕੇ ਉਹ ਜਿੰਨੀਆਂ ਮਰਜ਼ੀ ਮਾੜੀਆਂ ਗੱਲਾਂ ਕਰਨ, ਉਹਦਾ ਅਸਰ ਆਪਣੇ 'ਤੇ ਨਹੀਂ ਪੈਣ ਦੇਵੇਗਾ, ਫਿਰ ਨਹੀਂ ਪੈਣ ਦੇਵੇਗਾ, ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੇਗਾ। ਤਾਂ ਇਹ ਪਾਤਸ਼ਾਹ ਬਹੁਤ ਪਿਆਰੇ ਤਰੀਕੇ ਨਾਲ ਸਾਨੂੰ ਇਹ ਗੱਲਾਂ ਸਮਝਾ ਰਹੇ ਨੇ, ਸੋਹਣੀ ਸਿੱਖਿਆ ਦਿੱਤੀ ਹੈ। ਇਹ ਉਹ ਸਲੋਕ ਹੈ ਜਿਹੜੇ ਆਸਾ ਕੀ ਵਾਰ ਦੇ, ਜਿਹੜੇ ਗੁਰਦੁਆਰਿਆਂ 'ਚ ਰੋਜ਼ਾਨਾ ਰਾਗੀ ਸਿੰਘ ਪੜ੍ਹਦੇ ਨੇ, ਸਰੋਤੇ ਸੁਣਦੇ ਨੇ। ਆਓ ਆਪਾਂ ਇਹਦੇ ਅਰਥ ਵਿਚਾਰ ਵੀ ਨਾਲ ਵਿਚਾਰਦੇ ਜਾਈਏ, ਸਮਝਦੇ ਜਾਈਏ। ਅਤੇ ਜਿਹੜੀ ਉਦਾਹਰਨ ਦਿੱਤੀ ਮਹਾਰਾਜ ਨੇ ਕਿ ਜਿਵੇਂ ਕੱਪੜੇ ਨੂੰ ਪਹਿਲਾਂ, ਸਭ ਤੋਂ ਪਹਿਲਾਂ ਖੁੰਬ ਚਾੜ੍ਹੀ ਜਾਂਦੀ ਹੈ, ਗਰਮ ਪਾਣੀ 'ਚ ਪਾ ਕੇ ਸੋਡਾ ਉੱਚੋਂ ਮੈਲ ਕੱਢੀ ਜਾਂਦੀ ਹੈ, ਫਿਰ ਉਹਨੂੰ ਪਾਹ ਦਿੱਤੀ ਜਾਂਦੀ ਹੈ, ਫਿਰ ਫੜਕੜੀ ਕੋਸੇ ਗਰਮ ਪਾਣੀ 'ਚ ਪਾ ਕੇ ਉਹਦੇ ਵਿੱਚੋਂ ਤੰਦਾਂ 'ਚੋਂ ਮੈਲ ਬਾਹਰ ਕੱਢੀ ਜਾਂਦੀ ਹੈ। ਇੱਦਾਂ ਹੀ ਅਸੀਂ ਆਪਣੀ ਜ਼ਿੰਦਗੀ 'ਚ ਪਰਮੇਸ਼ਰ ਦੇ ਨਿਰਮਲ ਭਉ ਦੇ ਵਿੱਚ ਰਹਿ ਕੇ ਇਹ ਖੁੰਬ ਚਾੜ੍ਹਨੀ ਹੈ ਅਤੇ ਫਿਰ ਮਿਹਨਤ ਕਰਨੀ ਹੈ। ਇਹ ਵੀ ਇੱਕ ਮੁਸ਼ੱਕਤ ਹੈ ਨਾ, ਜਦੋਂ ਸ਼ਰਮ ਖੰਡ ਕੀ ਬਾਣੀ ਰੂਪ ਗਿਆਨ ਆ ਗਿਆ, ਹੁਣ ਮਿਹਨਤ ਕਰਨੀ ਹੈ। ਕਿੱਦਾਂ, ਇਹ ਵੀ ਤਾਂ ਮਿਹਨਤ ਹੈ ਨਾ, ਆਪਣੇ ਆਪ ਨਾਲ ਲੜਨਾ, ਆਪਣੀ ਬੁਰਾਈ ਨਾਲ ਲੜਨਾ, ਚੰਗਿਆਈ ਨੂੰ ਪੈਦਾ ਕਰਨਾ। ਇਹ ਵੀ ਇੱਕ ਜ਼ਿੰਦਗੀ ਦਾ ਬਹੁਤ ਵੱਡਾ ਪੱਖ ਹੈ। ਜਦੋਂ ਅਸੀਂ ਮੁਸ਼ੱਕਤ ਕਰਦੇ ਹਾਂ ਅਤੇ ਮਿਹਨਤ ਦਾ ਫਲ ਜ਼ਰੂਰ ਮਿਲਦਾ। ਜਿਹਨੂੰ ਸਤਿਗੁਰ ਨੇ ਬਾਣੀ 'ਚ ਇੰਝ ਵੀ ਲਿਖਿਆ ਹੈ ਵੀ ਕਾਮ ਕ੍ਰੋਧ ਦੋਏ ਕਰੋ ਬਸੋਲੇ, ਗੋਡੋ ਧਰਤੀ ਭਾਈ। ਜਿਵੇਂ ਕਿਸਾਨ ਰੰਬੇ ਨਾਲ ਧਰਤੀ ਨੂੰ ਗੋੜਦਾ, ਫਸਲ ਨੂੰ ਉਹਦੀਆਂ ਜੜ੍ਹਾਂ ਪੱਕੀਆਂ ਕਰੀ ਜਾਂਦਾ ਮੱਕੀ ਦੀਆਂ, ਅਤੇ ਘਾਹ ਪੱਟ ਪੱਟ ਕੇ ਬਾਹਰ ਸੁੱਟੀ ਜਾਂਦਾ। ਇੱਦਾਂ ਜਦੋਂ ਬੰਦਾ ਆਪਣੀ ਜ਼ਿੰਦਗੀ 'ਚੋਂ ਔਗੁਣਾਂ ਨੂੰ ਬਾਹਰ ਪੱਟ ਪੱਟ ਕੇ ਸੁੱਟਦਾ ਹੈ ਅਤੇ ਗੁਣ ਵੱਧਦੇ ਜਾਂਦੇ ਨੇ। ਜਿਵੇਂ ਕਿਸਾਨ ਦੀ ਕੀਤੀ ਮਿਹਨਤ ਅਜਾਈ ਨਹੀਂ ਜਾਂਦੀ, ਹੇ ਇਨਸਾਨ ਜੇ ਤੂੰ ਮਿਹਨਤ ਕਰੇਂਗਾ ਤੇਰੀ ਮਿਹਨਤ ਅਜਾਈ ਨਹੀਂ ਜਾਏਗੀ। ਕਾਮ ਕ੍ਰੋਧ ਦੋਏ ਕਰੋ ਬਸੋਲੇ, ਗੋਡੋ ਧਰਤੀ ਭਾਈ ਜਿਉਂ ਗੋਡੋ, ਤਿਉਂ ਤੁਮ ਸੁਖ ਪਾਵੋ ਕਿਰਤ ਨਾ ਮੇਟਿਆ ਜਾਈ। ਜਿਵੇਂ ਕਿਸਾਨ ਦੀ ਕੀਤੀ ਮਿਹਨਤ ਅਜਾਈ ਨਹੀਂ ਜਾਂਦੀ, ਹੇ ਬੰਦਿਆ ਜੇ ਤੂੰ ਇੱਦਾਂ ਮੁਸ਼ੱਕਤ ਕਰੇਂਗਾ, ਮਿਹਨਤ ਕਰੇਂਗਾ, ਭੈ ਵਿੱਚ ਖੁੰਬ ਚੜ੍ਹਾਈ ਹੈ, ਸ਼ਰਮ ਪਾ ਤਨ ਹੋਏ, ਨਾਨਕ ਭਗਤੀ ਜੇ ਰਪੈ, ਕੂੜਾ ਸੋਏ ਨਾ ਕੋਏ। ਸੋਏ ਦਾ ਮੀਨਿੰਗ ਕੀ ਹੈ? ਖਬਰ, ਸੁਨੇਹਾ, ਮੈਸੇਜ, ਭਿਣਕ ਸਾਡੇ ਮਨ ਤੱਕ ਮਾੜੀ ਵਿਚਾਰ ਨਹੀਂ ਜਾਏਗੀ ਜਦੋਂ ਸੱਚ ਨਾਲ ਇਹ ਮਨ ਸਾਡਾ ਰੰਗਿਆ ਗਿਆ। ਸਤਿਗੁਰੂ ਜੀ ਬਖਸ਼ਿਸ਼ ਕਰਨ। ਧੰਨਵਾਦ ਸਾਰਿਆਂ ਦਾ। ਸਾਧ ਸੰਗਤ ਜੀ, ਆਪਾਂ ਲੜੀਵਾਰ ਸਤਿਗੁਰ ਦੀ ਬਾਣੀ ਦੀ ਵਿਚਾਰ ਜਿਹੜੀ ਸਾਂਝੀ ਕਰਦੇ ਆ ਰਹੇ ਹਾਂ, ਕਿਉਂਕਿ ਗੁਰਦੇਵ ਨੇ ਪੌੜੀ ਵਿੱਚ ਵੀ ਜਿਹੜੀ ਵਿਚਾਰ ਹੈ ਉਹ ਇਹੋ ਬਖਸ਼ਿਸ਼ ਕੀਤੀ ਹੈ ਕਿ ਜਦੋਂ ਮਨੁੱਖ ਸੱਚ ਨਾਲ ਜੁੜਦਾ ਹੈ, ਗੁਰ ਕਿਰਪਾ ਤੇ ਜਾਣਿਆ, ਜਿੱਥੇ ਤੁਧ ਆਪ ਬੁਝਾਇਆ, ਸਹਿਜੇ ਹੀ ਸੱਚ ਸਮਾਇਆ। ਸਹਿਜ ਅਵਸਥਾ 'ਚ ਟੇਕੇ ਉਹ ਸੱਚ ਵਿੱਚ ਇੱਕਮਿਕ ਹੋ ਜਾਂਦਾ ਹੈ। ਕਿਹੜੇ ਸੱਚ ਵਿੱਚ? ਜਿਹੜੇ ਸੱਚ ਦਾ ਮਨੁੱਖੀ ਹਿਰਦਿਆਂ 'ਚੋਂ ਕਾਲ ਪਿਆ ਸੀ। ਮਨੁੱਖੀ ਹਿਰਦਿਆਂ 'ਚੋਂ ਸੱਚ ਦਾ ਕਾਲ ਪੈ ਗਿਆ ਅਤੇ ਪੌੜੀ 'ਚ ਕਹਿਤਾ ਸਹਿਜੇ ਹੀ ਉਹ ਸੱਚ ਵਿੱਚ ਇੱਕਮਿਕ ਹੋ ਗਿਆ। ਆਪਾਂ ਇੱਦਾਂ ਬਾਣੀ ਦੀ ਵਿਚਾਰ ਸਮਝਦੇ ਜਾਣਾ, ਵਿਚਾਰਦੇ ਜਾਣਾ ਅਤੇ ਆਪਣੀ ਜ਼ਿੰਦਗੀ ਵਿੱਚ ਇਹ ਸੋਹਣੇ ਵਿਚਾਰ ਆਪਾਂ ਪੈਦਾ ਕਰਦੇ ਜਾਈਏ ਤਾਂ ਕਿ ਸਾਡੀ ਜ਼ਿੰਦਗੀ ਵਧੀਆ ਬਣ ਸਕੇ। ਧੰਨਵਾਦ ਤੁਹਾਡਾ ਸਾਰਿਆਂ ਦਾ, ਜੋ ਵਕਤ ਕੱਢ ਕੇ, ਸਮਾਂ ਕੱਢ ਕੇ ਰੋਜ਼ਾਨਾ ਆਪਾਂ ਸਤਿਗੁਰ ਦੀ ਬਾਣੀ ਦੀ ਵਿਚਾਰ ਸੁਣਦੇ ਹਾਂ। ਇੰਨੇ ਕੁ ਬਚਨ ਪ੍ਰਵਾਨ ਕਰਿਓ ਜੀ। ਅਦਬ ਸਤਿਕਾਰ ਨਾਲ ਫਤਿਹ ਬੁਲਾਓ ਸਾਧ ਸੰਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।